ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ 부ਜੀ ਸੀਤਲ ਹੋਏ ਮਨਵਾ। ਸਤਿਗੁਰ ਕਾ ਦਰਸ਼ਨ ਪਾਏ ਜੀਓ। ਅਮਿ ਦ੍ਰਿਸ਼ਟ ਸੁਭ ਕਰੈ, ਹਰ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਹੇ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਤੂੰ ਵਿਸਰਾਹੇ ਤਾਂ ਸਭ ਕੋ ਲਾਗੂ, ਚੀਤ ਆਵਹੇ ਤਾਂ ਸੇਵਾ। ਆਵਰ ਨਾ ਕੋ ਦੂਜਾ ਸੂਝੈ, ਸਾਚੇ ਅਲਖ ਅਪੇਵਾ। ਚੀਤ ਆਵੈ ਤਾਂ ਸਦਾ ਦਇਆਲਾ, ਲੋਗਨ ਕਿਆ ਵਿਚਾਰੇ। ਬੁਰਾ ਭਲਾ ਕਹ ਕਿਸਨੋ ਕਹੀਐ, ਸਗਲੇ ਜੀ ਤੁਮਾਰੇ। ਤੂੰ ਵਿਸਰਾਹੇ ਤਾਂ ਸਭ ਕੋ ਲਾਗੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ,
ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜ਼ੂਰ ਪਾਵਨ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਸ਼ਬਦ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਤੂੰ ਵਿਸਰਾਹੇ ਤਾਂ ਸਭ ਕੋ ਲਾਗੂ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਦੇ ਅੰਦਰ ਫਰਮਾਨ ਕਰ ਰਹੇ ਹਨ। ਸੰਸਾਰ ਦੇ ਅੰਦਰ ਜੋ ਜੀਵ ਅਕਾਲ ਪੁਰਖ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਪਰਮਾਤਮਾ ਉਸ ਦੀ ਝੋਲੀ ਵਿੱਚ ਹਰ ਇੱਕ ਸੁੱਖ ਪਾ ਦਿੰਦਾ ਹੈ। ਹਰ ਇੱਕ ਮਨ ਦੀ ਇੱਛਾ ਪਰਮੇਸ਼ਰ ਪੂਰੀ ਕਰ ਦਿੰਦਾ ਹੈ। ਪਰ ਜਿਸ ਜੀਵ ਨੂੰ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ, ਉਸ ਜੀਵ ਨੂੰ ਇੱਕ ਨਹੀਂ ਅਨੇਕਾਂ ਹੀ ਦੁੱਖ ਆ ਕੇ ਚੰਬੜਦੇ ਹੈ। ਸਤਿਗੁਰੂ ਜੀ ਦੀ ਗੁਰਬਾਣੀ ਅੰਦਰ ਵਚਨ ਹਨ, ਦੁੱਖ ਤਦੇ ਜਦ ਵਿਸਰ ਜਾਏ। ਜਦੋਂ ਪਰਮਾਤਮਾ ਦੀ ਯਾਦ ਜੀਵ ਨੂੰ ਵਿਸਰ ਜਾਂਦੀ, ਉਦੋਂ ਦੁੱਖ ਆ ਕਰਕੇ ਚੰਬੜਦੇ ਆ। 12 ਮਾਹ ਪਾਵਨ ਗੁਰਬਾਣੀ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਅਨੇਕਾਂ ਹੀ ਇਹ ਜੀਵ ਦੁੱਖਾਂ ਦੇ ਲੱਗਣ ਦਾ ਕਾਰਨ ਇਹੋ ਹੀ ਹੈ, ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ। ਮੂਲ ਸਰੂਪ ਦੇ ਨਾਲੋਂ ਟੁੱਟਣੇ ਕਰਕੇ ਹੀ ਦੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਤੋਂ ਬਤੀਤ ਕਰ ਰਿਹਾ ਹੈ। ਜਦੋਂ ਤੱਕ ਜੀਵ ਮੂਲ ਦੇ ਨਾਲ ਜੁੜਿਆ ਰਹਿੰਦਾ, ਉਦੋਂ ਤੱਕ ਹਰ ਇੱਕ ਸੁੱਖ ਨਸੀਬ ਹੁੰਦਾ, ਹਰ ਇੱਕ ਸੁੱਖ ਜੀਵ ਨੂੰ ਪ੍ਰਾਪਤ ਹੁੰਦਾ ਰਹਿੰਦਾ। ਜਿਵੇਂ ਉਦਾਹਰਣ ਦੇ ਵਜੋਂ ਬੇਨਤੀ ਕਰਾਂ, ਘਰ ਦੇ ਵਿੱਚ ਸਾਧ ਸੰਗਤ ਜੀ ਕਿੰਨੇ ਸੁੱਖ ਪ੍ਰਾਪਤ ਹੁੰਦੇ ਆ। ਬਲਬ ਲਾਈਟਾਂ ਦੇ ਨਾਲ ਪ੍ਰਕਾਸ਼ ਹੁੰਦਾ, ਔਰ ਇਸੇ ਤਰ੍ਹਾਂ ਪੱਖੇ ਏਸੀ ਆਦਿ ਗਰਮੀ ਦੀ ਰੁੱਤ ਦੇ ਵਿੱਚ ਕਿੰਨਾ ਇਹਨਾਂ ਤੋਂ ਸੁੱਖ ਪ੍ਰਾਪਤ ਹੁੰਦਾ ਹੈ। ਪਰ ਓਨਾ ਸਮਾਂ ਹੀ ਇਹ ਸੁੱਖ ਮਿਲਦਾ ਹੈ, ਸਹੂਲਤਾਂ ਪ੍ਰਾਪਤ ਹੁੰਦੀਆਂ ਨੇ, ਜਦੋਂ ਤੱਕ ਬਿਜਲੀ ਦਾ ਕਨੈਕਸ਼ਨ ਮੂਲ ਰੂਪ ਦੇ ਨਾਲ ਪਿੱਛੋਂ ਜੁੜਿਆ ਰਹਿੰਦਾ। ਟਰਾਂਸਫਾਰਮਰ ਦੇ ਨਾਲ ਸਾਧ ਸੰਗਤ ਜੀ ਕਨੈਕਸ਼ਨ ਜੁੜਿਆ ਹੈ, ਤਾਂ ਹੀ ਸਾਰੇ ਸੁੱਖ ਮਿਲਦੇ ਆ। ਜਦੋਂ ਉਹ ਕਨੈਕਸ਼ਨ ਟੁੱਟ ਜਾਵੇ ਤੇ ਸਾਰੇ ਸੁੱਖ ਅਲੋਪ ਹੋ ਜਾਂਦੇ ਨੇ। ਇਸੇ ਤਰ੍ਹਾਂ ਮੂਲ ਸਰੂਪ ਪਰਮਾਤਮਾ ਦੀ ਯਾਦ ਜਦੋਂ ਤੱਕ ਜੀਵ ਦੇ ਹਿਰਦੇ ਅੰਦਰ ਰਹਿੰਦੀ ਹੈ, ਪਰਮਾਤਮਾ ਤੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਹੈ। ਅਕਾਲ ਪੁਰਖ ਵਾਹਿਗੁਰੂ ਹਰ ਇੱਕ ਝੋਲੀ ਜੀਵ ਦੀ, ਹਰ ਇੱਕ ਸੁੱਖ ਇਸ ਜੀਵ ਦੀ ਝੋਲੀ ਦੇ ਵਿੱਚ ਪਾਵੰਦਾ ਹੈ। ਪਰ ਜਦੋਂ ਪਰਮਾਤਮਾ ਨੂੰ ਭੁਲਾ ਦਿੰਦਾ, ਕੇਵਲ ਸੰਸਾਰ ਦੇ ਅੰਦਰ ਹੀ ਖਚਿਤ ਹੋ ਕਰਕੇ ਰਹਿੰਦਾ, ਹਰ ਸਮੇਂ ਮੈਂ ਮੇਰੀ ਵਿੱਚ ਹੀ ਲੱਗਾ ਰਹਿੰਦਾ, ਹੰਕਾਰੀ ਬਣ ਜਾਂਦਾ, ਆਪ ਹੁਜਰਾ ਬਣ ਜਾਂਦਾ, ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਆਪ ਸਿਆਣਪਾਂ ਵਾਲਾ, ਬਹੁਤਾ ਚਤੁਰ ਚਲਾਕੀਆਂ ਵਾਲਾ, ਬਹੁਤਾ ਗਿਆਨਵਾਨ ਆਪਣੇ ਆਪ ਨੂੰ ਸਮਝਣ ਲੱਗ ਪੈਂਦਾ ਹੈ।
ਉਦੋਂ ਫਿਰ ਪ੍ਰਮਾਤਮਾ ਭੁੱਲਣੇ ਕਰਕੇ ਸੰਸਾਰ ਦੇ ਸੁੱਖ ਜੀਵ ਤੋਂ ਖੁੱਸ ਜਾਂਦੇ ਹੈ, ਫਿਰ ਦੁੱਖਾਂ ਦੇ ਵਿੱਚ ਹਰ ਸਮੇਂ ਵਰਤਦਾ ਰਹਿੰਦਾ ਹੈ। ਜੀਵਨ ਮਨੁੱਖ ਦਾ ਫਿਰ ਦੁਖਦਾਇਕ ਹੀ ਹਰ ਸਮੇਂ ਨਿਰਵਾਹ ਹੁੰਦਾ ਰਹਿੰਦਾ ਹੈ। ਸੋ ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹੈ ਕਿ ਜਦੋਂ ਪ੍ਰਮਾਤਮਾ ਭੁੱਲ ਜਾਂਦਾ ਤੇ ਹਰ ਕੋਈ ਫਿਰ ਲਾਗੂ ਦੁਸ਼ਮਣ ਬਣ ਜਾਂਦਾ ਹੈ। ਹਰ ਕੋਈ ਫਿਰ ਸਾਧ ਸੰਗਤ ਜੀ ਦੁਸ਼ਮਣ ਬਣ ਜਾਂਦਾ ਹੈ ਜਦੋਂ ਪ੍ਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ। ਜਿਵੇਂ ਕੋਈ ਬਾਦਸ਼ਾਹ ਦਾ ਮਿੱਤਰ ਬਣਿਆ ਹੋਵੇ ਨਾ, ਤੇ ਸਾਧ ਸੰਗਤ ਜੀ ਜਿਹੜੇ ਕੋਈ ਚੋਰ ਡਾਕੂ ਲੁਟੇਰੇ ਹੁੰਦੇ ਆ, ਜਾਂ ਫਿਰ ਵਿਰੋਧੀ ਪਾਰਟੀ ਜਿਹੜੀ ਧਿਰਾਂ ਹੁੰਦੀਆਂ ਨੇ, ਉਹਨਾਂ ਦੀ ਮਨਾਂ ਦੇ ਵਿੱਚ ਵੀ ਖੌਫ ਬਣਿਆ ਰਹਿੰਦਾ, ਭੈ ਬਣਿਆ ਰਹਿੰਦਾ ਕਿ ਬਾਦਸ਼ਾਹ ਦੇ ਨਾਲ ਇਸ ਦੀ ਮਿੱਤਰਤਾ ਹੈ। ਬੜਾ ਗੂੜਾ ਪਿਆਰ ਹੈ ਬਾਦਸ਼ਾਹ ਦੇ ਨਾਲ ਇਸ ਮਨੁੱਖ ਦਾ। ਜੇ ਅਸੀਂ ਕੋਈ ਕੋਤਾਹੀ ਕਰਾਂਗੇ, ਇਹਨੂੰ ਦੁੱਖ ਦੇਵਾਂਗੇ, ਤੇ ਬਾਦਸ਼ਾਹ ਸਾਨੂੰ ਸਜ਼ਾ ਦੇਵੇਗਾ, ਕਾਲ ਕੋਠੜੀ ਵਿੱਚ ਬੰਦ ਕਰ ਦੇਵੇਗਾ। ਸਾਨੂੰ ਫਿਰ ਸਜ਼ਾ ਮੌਤ ਵੀ ਹੋ ਸਕਦੀ ਹੈ। ਸਾਨੂੰ ਫਿਰ ਦੁਖੀ ਹੋਣਾ ਪਵੇਗਾ ਜੇ ਬਾਦਸ਼ਾਹ ਦੇ ਮਿੱਤਰ ਦੇ ਨਾਲ ਅਸੀਂ ਕੋਈ ਕੋਤਾਹੀ ਕੀਤੀ। ਔਰ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਬਾਦਸ਼ਾਹ ਦੇ ਨਾਲ ਮਿੱਤਰਤਾ ਤੋੜ ਲੈਂਦਾ, ਆਪ ਹੁਦਰਾ ਬਣ ਜਾਂਦਾ ਕਿ ਮੈਂ ਕਿਹੜਾ ਘੱਟ ਹਾਂ, ਮੈਂ ਵੀ ਤਾਂ ਆਖਰ ਸੰਸਾਰ ਦੇ ਵਿੱਚ ਜੋ ਹਾਂ, ਆਪਣੀ ਵਜੂਦ ਆਪਣੀ ਹੋਂਦ ਵੱਖਰੀ, ਸੰਸਾਰ ਦੇ ਅੰਦਰ ਆਪਣਾ ਬਲ ਜਿਹੜਾ ਪ੍ਰਗਟਾਉਣ ਦਾ ਯਤਨ ਕਰਦਾ ਹੈ। ਉਹ ਬਾਦਸ਼ਾਹ ਦੇ ਨਾਲੋਂ ਟੁੱਟਣੇ ਕਰਕੇ ਜਿਹੜੇ ਵਿਰੋਧੀ ਧਿਰਾਂ ਹੁੰਦੀਆਂ, ਦੁਸ਼ਮਣ ਹੁੰਦੇ ਆ, ਜਾਂ ਫਿਰ ਚੋਰ ਡਾਕੂ ਹੁੰਦੇ ਆ, ਉਹਨੂੰ ਆਪਣੇ ਅਧੀਨ ਕਰ ਲੈਂਦੇ ਆ। ਚੋਰ ਵੀ ਡਾਕੂ ਵੀ ਸਾਧ ਸੰਗਤ ਜੀ ਉਹਨਾਂ ਦਾ ਜ਼ੋਰ ਪੈ ਜਾਂਦਾ, ਧਨ ਪਦਾਰਥ ਸਭ ਕੁਝ ਖੋਹ ਕੇ ਲੈ ਜਾਂਦੇ ਆ। ਇਸੇ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਬਾਦਸ਼ਾਹ ਹੈ, ਜੋ ਜੀਵ ਨਿਮਾਣਾ ਨਿਤਾਣਾ ਨਿਮਰਤਾਵਾਨ ਹੋ ਕਰਕੇ ਪਰਮਾਤਮਾ ਦੇ ਨਾਲ ਮਿੱਤਰਤਾ ਪਾ ਲੈਂਦਾ ਹੈ, ਫਿਰ ਸੰਸਾਰ ਦੇ ਜਿਹੜੇ ਪ੍ਰਤੱਖ ਵੀ ਕੋਈ ਦੁਸ਼ਮਣ ਹਨ, ਵਿਰੋਧੀ ਧਿਰਾਂ ਹਨ, ਉਹਨਾਂ ਦਾ ਵੀ ਹੀਗਾ ਨਹੀਂ ਪੈਂਦਾ ਕਿ ਪਰਮੇਸ਼ਰ ਦੇ ਨਾਲ ਇਹਦਾ ਗੂੜਾ ਪਿਆਰ ਲੱਗਾ ਹੈ। ਔਰ ਵਿਕਾਰਾਂ ਰੂਪੀ ਦੁਸ਼ਮਣ ਵੀ ਸਾਧ ਸੰਗਤ ਜੀ ਉਹਦੇ ਸ਼ੁਭ ਗੁਣਾਂ ਰੂਪੀ ਪਦਾਰਥਾਂ ਨੂੰ ਚੁਰਾ ਨਹੀਂ ਸਕਦੇ। ਵਿਕਾਰਾਂ ਰੂਪੀ ਲੁਟੇਰੇ ਉਸ ਦੇ ਸ਼ੁਭ ਗੁਣਾਂ ਰੂਪੀ ਪਦਾਰਥਾਂ ਨੂੰ ਲੁੱਟ ਨਹੀਂ ਸਕਦੇ, ਜਿਸ ਦੀ ਮਿੱਤਰਤਾ ਪਰਮਾਤਮਾ ਦੇ ਨਾਲ ਬਣ ਜਾਂਦੀ ਹੈ। ਜਿਸ ਜੀਵ ਦਾ ਹਿਰਦਿਓਂ ਡਾਢਾ ਪਿਆਰ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਜਾਂਦਾ ਹੈ, ਤੇ ਜੇ ਵਾਹਿਗੁਰੂ ਦੇ ਨਾਲੋਂ ਹੀ ਸਾਧ ਸੰਗਤ ਜੀ ਮਿੱਤਰਤਾ ਤੋੜ ਲੈਂਦਾ ਹੈ, ਪਰਮਾਤਮਾ ਦੇ ਚਰਨਾਂ ਦਾ ਪਿਆਰ ਛੱਡ ਕੇ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਵਿੱਚ ਹਰ ਸਮੇਂ ਪਿਆਰ ਲਾਈ ਰੱਖਦਾ ਹੈ, ਫਿਰ ਤਾਂ ਵਿਕਾਰਾਂ ਰੂਪੀ ਜਿਹੜੇ ਚੋਰ ਹਨ, ਡਾਕੂ ਹਨ, ਲੁਟੇਰੇ ਹਨ, ਉਹਨਾਂ ਦੇ ਸਾਧ ਸੰਗਤ ਜੀ ਫਿਰ ਜੀਵ ਦੇ ਸ਼ੁਭ ਗੁਣਾਂ ਰੂਪੀ ਪਦਾਰਥਾਂ ਨੂੰ ਲੁੱਟ ਲੈਣਾ ਕੀਤਾ, ਫਿਰ ਉਹਨਾਂ ਦਾ ਵੀ ਦਾਅ ਲੱਗ ਗਿਆ। ਸੋ ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹੈ, ਤੂੰ ਵਿਸਰਹਿ ਤਾਂ ਸਭ ਕੋ ਲਾਗੂ। ਹੇ ਪਰਮਾਤਮਾ, ਜਿਨ੍ਹਾਂ ਜੀਵਾਂ ਨੂੰ ਆਪ ਜੀ ਵਿਸਰ ਜਾਂਦੇ ਹੋ, ਪਰਮੇਸ਼ਰ ਜਿਨ੍ਹਾਂ ਦੇ ਹਿਰਦਿਓਂ ਆਪ ਜੀ ਦੀ ਯਾਦ ਭੁੱਲ ਜਾਂਦੀ ਹੈ, ਉਹਨਾਂ 'ਤੇ ਹਰ ਕੋਈ ਲਾਗੂ ਹੋ ਜਾਂਦਾ। ਭਾਵ ਉਹਦਾ ਪ੍ਰਭਾਵ ਸੰਸਾਰ ਦੇ ਜੀਵਾਂ ਦਾ, ਮਹਾਰਾਜ ਹਰ ਇੱਕ ਦਾ ਪ੍ਰਭਾਵ ਉਹਦੇ 'ਤੇ ਪੈ ਜਾਂਦਾ। ਹਰ ਕੋਈ ਉਹਨੂੰ ਆਪਣੇ ਅਧੀਨ ਕਰ ਲੈਂਦਾ, ਹਰ ਇੱਕ ਉਸ ਨੂੰ ਆਪਣੀ ਕੈਦਖਾਨੇ ਵਿੱਚ ਬੰਦ ਕਰਨ ਦੇ ਸਮਰੱਥ ਹੋ ਜਾਂਦਾ ਹੈ, ਆਪਣੇ ਅਧੀਨ ਕਰਨ ਦੇ ਯੋਗ ਹੋ ਜਾਂਦਾ ਹੈ, ਜੇ ਪ੍ਰਮਾਤਮਾ ਆਪ ਜੀ ਦੀ ਯਾਦ ਭੁੱਲ ਜਾਂਦੀ ਹੈ। ਔਰ ਸਾਧ ਸੰਗਤ ਜੀ, ਅਨੇਕਾਂ ਹੀ ਐਸੇ ਸੰਸਾਰ ਦੇ ਅੰਦਰ ਸਿੱਖਾਂ ਦੇ ਜੀਵਨ ਹਨ, ਜੇ ਪ੍ਰਮਾਤਮਾ ਦੀ ਹਿਰਦੇ ਅੰਦਰ ਯਾਦ ਹੈ ਤੇ ਵਾਹਿਗੁਰੂ ਨੇ ਹਰ ਇੱਕ ਸੁੱਖ ਬਖਸ਼ਿਸ਼ ਕੀਤਾ ਹੈ। ਔਰ ਜੇ ਪ੍ਰਮਾਤਮਾ ਦੀ ਯਾਦ ਭੁੱਲ ਗਈ ਹੈ ਤੇ ਫਿਰ ਇੱਥੇ ਵੀ ਸੰਸਾਰ ਦੇ ਅੰਦਰ ਰਹਿੰਦੇ ਆ, ਜੀਵਨ ਕਾਲ ਦੌਰਾਨ ਦੁੱਖ ਹੀ ਭੋਗਦਾ ਹੋਇਆ, ਸੰਸਾਰ ਤੋਂ ਦੁਖੀ ਹੋਇਆ ਚਲਾ ਜਾਂਦਾ, ਤੇ ਅੱਗੇ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਸੁੱਖ ਨਹੀਂ ਨਸੀਬ ਹੋਣਾ ਕਰਦਾ। ਸੋ ਹਜ਼ੂਰ ਦੇ ਬਚਨ ਵੀ ਹਨ ਗੁਰਬਾਣੀ ਅੰਦਰ ਕਿ ਪਰਮੇਸ਼ਰ ਦੀ ਯਾਦ, ਵਾਹਿਗੁਰੂ ਦਾ ਨਾਮ ਵਿਸਾਰ ਕਰਕੇ ਤਾਂ ਜੀਵ ਨੂੰ ਸੁਪਨੇ ਦੇ ਵਿੱਚ ਵੀ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ। ਪ੍ਰਤੱਖ ਸੁੱਖ ਤਾਂ ਕੀ ਮਿਲਣਾ ਹੈ, ਪਰਮਾਤਮਾ ਦੀ ਯਾਦ ਭੁੱਲਣੇ ਕਰਕੇ ਸੁਪਨੇ ਦੇ ਵਿੱਚ ਵੀ ਸੁੱਖ ਕਦੇ ਨਸੀਬ ਨਹੀਂ ਹੋ ਸਕਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹੈ, ਤੂੰ ਵਿਸਰਹਿ ਤਾਂ ਸਭ ਕੋ ਲਾਗੂ। ਹੇ ਮਹਾਰਾਜ, ਜਿਨ੍ਹਾਂ ਨੂੰ ਆਪ ਜੀ ਵਿਸਰ ਜਾਂਦੇ ਹੋ, ਜਿਹੜੇ ਅਭਾਗੇ ਜੀਵ ਆਪ ਜੀ ਨੂੰ ਭੁਲਾ ਦਿੰਦੇ ਹਨ, ਉਹਨਾਂ 'ਤੇ ਹਰ ਕੋਈ ਲਾਗੂ ਹੋ ਜਾਂਦਾ ਹੈ। ਹਰ ਕੋਈ ਮਹਾਰਾਜ ਉਹਨਾਂ ਦਾ ਦੁਸ਼ਮਣ ਬਣ ਜਾਂਦਾ ਹੈ।
ਚੀਤ ਆਵਹਿ ਤਾਂ ਸੇਵਾ। ਜੇ ਮਹਾਰਾਜ ਚੇਤੇ ਵਿੱਚ ਆਉਂਦੇ ਭਾਵ ਯਾਦ ਆਉਂਦੇ ਆ ਨਾ ਆਪ ਜੀ ਦੀ ਤੇ ਇਹਨਾਂ ਦੇ ਹਿਰਦੇ ਅੰਦਰ, ਫਿਰ ਉਹ ਸੇਵਾ ਵਿੱਚ ਲੱਗੇ ਰਹਿੰਦੇ ਆ। ਬੜੇ ਪਿਆਰ ਦੇ ਸਹਿਤ ਹੋ ਕਰਕੇ ਸੇਵਾ ਕਰਦੇ ਹਨ। ਹੱਥਾਂ ਦੇ ਨਾਲ ਵੀ ਗੁਰੂ ਚਰਨਾਂ ਦੀ ਸੇਵਾ, ਸਤ ਸੰਗਤ ਦੀ ਸੇਵਾ, ਔਰ ਮਨ ਦੇ ਨਾਲ ਵੀ ਮਹਾਰਾਜ ਆਪ ਜੀ ਦੀ ਭਜਨ ਰੂਪੀ ਟਹਿਲ ਕਮਾਉਂਦੇ ਹਨ। ਬੰਦਗੀ ਰੂਪ ਸੇਵਾ ਵਿੱਚ ਲੱਗੇ ਰਹਿੰਦੇ ਆ। ਜੇ ਆਪ ਜੀ ਦੀ ਯਾਦ ਹਿਰਦੇ ਵਿੱਚ ਆਉਂਦੀ ਹੈ, ਔਰ ਇਸ ਪ੍ਰਕਾਰ ਸਾਧ ਸੰਗਤ ਜੀ, ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੀ ਯਾਦ ਚੇਤੇ ਆਵੇ ਤੇ ਹਰ ਕੋਈ ਫਿਰ ਸਾਧ ਸੰਗਤ ਜੀ ਸੇਵਾ ਵਿੱਚ ਲੱਗ ਜਾਂਦਾ। ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹੋ। ਜਿਹੜੇ ਵਿਕਾਰ ਦੂਤਾਂ ਦੀ ਤਰ੍ਹਾਂ ਜੀਵ ਨੂੰ ਬਾਰ-ਬਾਰ ਦੁੱਖ ਦਿੰਦੇ ਸਨ, ਪਰਮੇਸ਼ਰ ਦੀ ਯਾਦ ਚਿੱਤ ਵਿੱਚ ਆਉਣੇ ਕਰਕੇ ਉਹ ਵੀ ਚਾਕਰੀ ਕਰਨ ਲੱਗ ਪਏ, ਚਾਕਰ ਬਣ ਗਏ। ਉਹ ਜੀਵ ਦੇ ਸੇਵਕ ਬਣ ਜਾਂਦੇ ਹੈ, ਗੋਲੇ ਬਣ ਜਾਂਦੇ ਹਨ, ਅਧੀਨ ਹੋ ਜਾਂਦੇ ਹਨ। ਫਿਰ ਆਪਣੀਆਂ ਮਨ ਮਰਜ਼ੀਆਂ ਨਹੀਂ ਕਰਦੇ। ਜਿਵੇਂ ਜੀਵ ਚਾਹਤ ਕਰਦਾ ਹੈ ਉਸੇ ਤਰ੍ਹਾਂ ਹੀ ਕਰਦੇ ਆ। ਨਹੀਂ ਤਾਂ ਸੰਸਾਰ ਦੇ ਅਗਿਆਤ ਜੀਵਾਂ ਨੂੰ ਇਹ ਵਿਕਾਰਾਂ ਰੂਪੀ ਦੂਤ ਆਪਣੇ ਅਧੀਨ ਕਰਕੇ ਸੰਸਾਰ ਦੇ ਅੰਦਰ ਝੰਜੋੜਦੇ ਰਹਿੰਦੇ ਹਨ। ਕਦੇ ਕਿਸੇ ਪਾਸੇ, ਕਦੇ ਕ੍ਰੋਧੀ ਬਣ ਜਾਂਦਾ, ਕਦੇ ਪਦਾਰਥਾਂ ਦਾ ਲੋਭੀ ਬਣ ਜਾਂਦਾ ਹੈ, ਕਦੇ ਸਰੀਰਾਂ ਦੇ ਮੋਹ ਦੇ ਵਿੱਚ ਲਗਾ ਦਿੰਦੇ ਆ, ਕਦੇ ਮੰਦੀ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਣ ਦੇ ਵਿੱਚ ਲੱਗੇ ਰਹਿੰਦੇ ਨੇ, ਕਿਉਂਕਿ ਉਹ ਪਰਮਾਤਮਾ ਦੀ ਯਾਦ ਉਹਨਾਂ ਨੂੰ ਵਿਸਰ ਗਈ ਹੈ। ਪਰ ਜਿਸ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਹੈ, ਚੀਤ ਆਵਹਿ ਤਾਂ ਸੇਵਾ। ਮਹਾਰਾਜ ਕਹਿੰਦੇ ਵਿਕਾਰਾਂ ਰੂਪੀ ਦੂਤ ਵੀ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦੇ ਹਨ। ਦੁਸ਼ਮਣ ਵੀ ਉਹਨਾਂ ਦੀ ਸੇਵਾ ਕਰਨ ਲੱਗ ਪੈਂਦੇ ਹੈ, ਉਹਨਾਂ ਦੇ ਚਾਕਰ ਬਣ ਜਾਂਦੇ ਹੈ। ਜਿਸ ਹਿਰਦੇ ਅੰਦਰ ਪ੍ਰਮਾਤਮਾ ਦੀ ਯਾਦ ਵਸ ਜਾਂਦੀ ਹੈ। ਤੇ ਸਾਧ ਸੰਗਤ ਜੀ, ਜਿਹੜੇ ਪੰਜ ਤੱਤ ਹਨ, ਇਹਨਾਂ ਦਾ ਆਪੋ ਆਪਣਾ ਵੱਖੋ ਵੱਖਰਾ ਸੁਭਾਅ ਹੈ। ਪੰਜਾਂ ਤੱਤਾਂ ਦਾ ਵੀ ਆਪੋ ਆਪਣਾ ਸੁਭਾਅ ਹੈ। ਪਾਣੀ ਦਾ ਸੁਭਾਅ ਹੈ ਡੋਬਣਾ, ਅੱਗ ਦਾ ਸੁਭਾਅ ਹੈ ਜਿਵੇਂ ਸਾੜਨਾ। ਇਹਨਾਂ ਪੰਜਾਂ ਤੱਤਾਂ ਦੇ ਵੱਖੋ ਵੱਖਰੇ ਆਪੋ ਆਪਣੇ ਸੁਭਾਅ ਹਨ। ਤੇ ਜੇ ਪਰਮੇਸ਼ਰ ਦੀ ਯਾਦ ਹੋਵੇ ਤੇ ਪਾਣੀ ਡੋਬ ਵੀ ਨਹੀਂ ਸਕਦਾ, ਅੱਗ ਸਾੜ ਵੀ ਨਹੀਂ ਸਕਦੀ। ਜੇ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚ ਹੋਵੇ ਤਾਂ ਸਾਧ ਸੰਗਤ ਜੀ, ਭਗਤ ਪ੍ਰਹਿਲਾਦ ਜੀ ਨੂੰ ਯਤਨ ਕੀਤਾ ਸੀ ਨਾ ਸਾੜਨ ਦਾ। ਜੋ ਹੋਲਕਾ ਭਗਤ ਪ੍ਰਹਿਲਾਦ ਜੀ ਦੀ ਭੂਆ ਸੀ, ਹਰਨਾਕਸ਼ ਦੀ ਭੈਣ, ਉਹਨੇ ਕਿੰਨਾ ਯਤਨ ਕੀਤਾ ਸੀ। ਕਹਿੰਦੀ ਕਿ ਮੈਂ ਇਹ ਵਰਦਾਨ ਪ੍ਰਾਪਤ ਕੀਤਾ, ਮੇਰੇ ਕੋਲ ਚਾਦਰ ਹੈ, ਇਹ ਮੈਂ ਆਪਣੇ ਸਰੀਰ ਦੇ ਉੱਪਰ ਬੁੱਕਲ ਮਾਰ ਕਰਕੇ ਬੈਠ ਜਾਵਾਂਗੀ ਤੇ ਮੈਨੂੰ ਤਾਂ ਕੁਝ ਹੋਣਾ ਨਹੀਂ, ਮੈਨੂੰ ਵਰਦਾਨ ਪ੍ਰਾਪਤ ਹੋਇਆ, ਪਰ ਪ੍ਰਹਿਲਾਦ ਸੜ ਜਾਵੇਗਾ। ਕਿਉਂਕਿ ਬੜੇ ਯਤਨ ਕੀਤੇ ਸਨ ਹਰਨਾਕਸ਼ ਨੇ ਮਾਰਨ ਦੇ ਲਈ, ਪਰ ਇੱਕ ਵੀ ਯਤਨ ਉਹਦਾ ਕਾਮਯਾਬ ਨਹੀਂ ਸੀ ਹੋਇਆ। ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਫਿਰ ਬਾਰ-ਬਾਰ ਇਸ ਨੇ ਦੁਖੀ ਹੋਣਾ ਕੀਤਾ ਸੀ। ਸੋ ਇਸ ਪ੍ਰਕਾਰ ਕਿੰਨਾ ਯਤਨ ਕੀਤਾ, ਪਰ ਹੋਲਕਾ ਸੜ ਗਈ ਤੇ ਭਗਤ ਪ੍ਰਹਿਲਾਦ ਜੀ ਦੀ ਪਰਮੇਸ਼ਰ ਨੇ ਰੱਖਿਆ ਕਰ ਲਈ ਸੀ। ਤੱਤਾਂ ਦੇ ਸੁਭਾਅ ਹੀ ਪਰਮਾਤਮਾ ਨੇ ਬਦਲ ਦਿੱਤੇ ਹੈ। ਪਾਣੀ ਵਿੱਚ ਡੋਬਣ ਦਾ ਵੀ ਯਤਨ ਕੀਤਾ ਸੀ, ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੂਬੈ ਗੁਰ ਪ੍ਰਸਾਦ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅੱਗ ਵਿੱਚ ਵੀ ਸਾੜਨ ਦਾ ਯਤਨ ਕੀਤਾ, ਪਾਣੀ ਵਿੱਚ ਡੋਬਣ ਦਾ ਵੀ ਯਤਨ ਕੀਤਾ, ਪਰ ਜਿਵੇਂ ਪਹਾੜਾਂ ਤੋਂ ਵੀ ਉੱਚੇ ਉੱਚੇ ਪਹਾੜਾਂ ਤੋਂ ਸੁੱਟਿਆ ਤੇ ਪਹਾੜਾਂ ਦਾ ਵੀ ਸੁਭਾਅ ਬਦਲ ਦਿੱਤਾ। ਸਾਧ ਸੰਗਤ ਜੀ, ਕਿੰਨੇ ਕਿੰਨੇ ਪਹਾੜ ਕਠੋਰ ਸਨ, ਪਰ ਉਹ ਵੀ ਰੂਹ ਦੀ ਤਰ੍ਹਾਂ ਸਰੀਰ ਨੂੰ ਲੱਗਣ ਲੱਗ ਪਏ, ਕੋਈ ਆਂਚ ਨਹੀਂ ਸੀ ਆਈ। ਕਾਲ ਕੋਠੜੀ ਵਿੱਚ ਵੀ ਬੰਦ ਕਰ ਕਰਕੇ ਦੇਖ ਲਿਆ, ਫਿਰ ਬੜਾ ਬੜਾ ਡਰ ਭੈ ਵੀ ਦੇਖ ਕਰਕੇ ਦੇਖ ਲਿਆ, ਪਰ ਥੋੜਾ ਜਿੰਨਾ ਵੀ ਮਨ ਦੇ ਅੰਦਰ ਕੋਈ ਭੈ ਕਿਸੇ ਪ੍ਰਕਾਰ ਦਾ ਨਹੀਂ ਸੀ ਆਇਆ, ਨਾ ਕੋਈ ਵਾਹਿਗੁਰੂ ਨੇ ਆਂਚ ਆਉਣ ਦੇਣਾ ਕੀਤੀ ਹੈ। ਕਿਉਂਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਿਰਦੇ ਅੰਦਰ ਯਾਦ ਸੀਗੀ। ਭਾਈ ਗੁਰਦਾਸ ਸਾਹਿਬ ਜੀ ਦੀ ਜੀਵਨ ਦੀ ਗਾਥਾ ਸਾਧ ਸੰਗਤ ਜੀ ਇਸ ਪੰਕਤੀ ਤੇ ਢੁਕਦੀ ਹੈ। ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਸਿੱਖਾਂ ਦਾ ਉਧਾਰ ਕਰਦੇ, ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਨੂੰ ਉਪਦੇਸ਼ ਦਿੰਦੇ, ਉਸ ਸਮੇਂ ਆਗਰੇ ਦੇ ਵਿੱਚ ਭਾਈ ਗੁਰਦਾਸ ਜੀ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਸੀ। ਲੰਬੇਰਾ ਸਮਾਂ ਆਗਰੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾਵਨਾ ਕੀਤਾ, ਪਤਾ ਲੱਗਾ ਭਾਈ ਗੁਰਦਾਸ ਸਾਹਿਬ ਜੀ ਨੂੰ
ਤੇ ਆਗਰੇ ਤੋਂ ਬਹੁਤਾਤ ਵਿੱਚ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਵਾਸਤੇ ਆ ਰਹੇ ਸਨ। ਰਸਤੇ ਵਿੱਚ ਸਾਧ ਸੰਗਤ ਜੀ ਬਿਆਸਾ ਦਰਿਆ ਨੂੰ ਪਾਰ ਕਰਨਾ ਸੀ। ਠੰਡ ਦੀ ਰੁੱਤ ਤੇ ਸ਼ਾਮ ਦਾ ਸਮਾਂ ਹੋ ਗਿਆ। ਬਹੁਤ ਸੰਗਤਾਂ ਨਾਲ ਨੇ ਤੇ ਫਿਰ ਉਸ ਸਮੇਂ ਕੋਈ ਮਿਲਾਪ ਵੀ ਉੱਥੇ ਨਹੀਂ ਸੀ ਨਜ਼ਰ ਆਉਂਦਾ ਪਿਆ। ਮਨ ਵਿੱਚ ਵਿਚਾਰ ਕੀਤੀ ਕਿ ਸੰਗਤਾਂ ਸਾਡੇ ਨਾਲ ਛੋਟੇ ਛੋਟੇ ਬੱਚੇ ਵੀ ਹਨ, ਬਜ਼ੁਰਗ ਹਨ ਤੇ ਬਹੁ ਗਿਣਤੀ ਵੀ ਸਿੱਖ ਸੰਗਤਾਂ। ਇੱਕ ਤਾਂ ਇੱਥੇ ਲੰਗਰ ਪ੍ਰਸ਼ਾਦ ਛਕਣ ਵਾਸਤੇ ਵੀ ਨਹੀਂ ਪ੍ਰਾਪਤ ਹੋਣ ਵਾਲਾ, ਦੂਜਾ ਠੰਡ ਵੀ ਬਹੁਤ ਜ਼ਿਆਦਾ ਹੈ ਤੇ ਸੰਗਤਾਂ ਨੂੰ ਪਰੇਸ਼ਾਨੀ ਹੋਵੇਗੀ। ਹੁਣ ਕੀ ਕੀਤਾ ਜਾਵੇ, ਵਿਚਾਰ ਕਰ ਰਹੇ ਸਨ। ਇੰਨੇ ਸਮੇਂ ਨੂੰ ਸਿੱਖ ਗੁਰਬਾਣੀ ਦੀ ਪੰਕਤੀ ਪੜ੍ਹ ਰਿਹਾ ਸੀ। ਗੁਰ ਕਾ ਬਚਨ ਬਸੈ ਜੀ ਅਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਕਿ ਜੇ ਗੁਰੂ ਕਾ ਬਚਨ ਹਿਰਦੇ ਅੰਦਰ ਹੋਵੇ ਤੇ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਇਹਨਾਂ ਦੇ ਸੁਭਾਅ ਬਦਲ ਜਾਂਦੇ ਹੈ। ਪਰਮਾਤਮਾ ਦੀ ਐਸੀ ਕਲਾ ਵਰਤਣ ਲੱਗ ਪੈਂਦੀ ਹੈ। ਇਹ ਵਚਨ ਯਾਦ ਕੀਤਾ ਤੇ ਸਾਧ ਸੰਗਤ ਜੀ ਵਚਨ ਪੜ੍ਹਦੇ ਹੋਏ ਅੱਗੇ ਅੱਗੇ ਭਾਈ ਗੁਰਦਾਸ ਸਾਹਿਬ ਜੀ, ਪਿੱਛੇ ਪਿੱਛੇ ਸਿੱਖ ਸੰਗਤਾਂ ਪਰਮੇਸ਼ਰ ਨੂੰ ਯਾਦ ਕਰਦਿਆਂ ਹੋਇਆ ਇਸੇ ਤਰ੍ਹਾਂ ਹੀ ਤੁਰ ਕਰਕੇ ਹੀ ਉੱਪਰੋਂ ਲੰਘ ਗਏ ਸਨ। ਪਾਣੀ ਨੇ ਡੋਬਿਆ ਨਾ, ਇਸੇ ਤਰ੍ਹਾਂ ਹੀ ਦਰਿਆ ਪਾਰ ਕਰ ਗਏ। ਸਾਧ ਸੰਗਤ ਜੀ ਕੇਵਲ ਗਿੱਟਿਆਂ ਗਿੱਟਿਆਂ ਤੱਕ ਹੀ ਪਾਣੀ ਰਹਿਣਾ ਕੀਤਾ, ਨਹੀਂ ਤੇ ਪਾਣੀ ਦਾ ਸੁਭਾਅ ਆ ਡੁੱਬਣਾ। ਪਰ ਮਹਾਰਾਜ ਕਹਿੰਦੇ ਤੱਤਾਂ ਦੇ ਸੁਭਾਅ ਹੀ ਬਦਲ ਜਾਂਦੇ ਜੇ ਪਰਮਾਤਮਾ ਚੇਤੇ ਵਿੱਚ ਆਉਂਦਾ ਹੈ। ਪਰ ਜਦੋਂ ਆਪ ਹੁਦਰਾਪਨ ਜੀਵ ਆਪਾ ਭਾਵ ਜਤਾਉਣ ਲੱਗ ਪੈਂਦਾ ਹੈ ਨਾ, ਉਹ ਪਾਣੀ ਫਿਰ ਜੀਵ ਨੂੰ ਡੋਬਣ ਲੱਗ ਪੈਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਹੀ ਜੀਵਨ ਗਾਥਾ ਹੈ। ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਗੁਰਬਾਣੀ ਲਿਖਵਾ ਰਹੇ ਸਨ, ਭਾਈ ਗੁਰਦਾਸ ਜੀ ਨੂੰ ਲਿਖਵਾਰੀ ਲਗਾ ਕਰਕੇ ਰਾਮਸਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਮਨ ਦੇ ਵਿੱਚ ਫੁਰਨਾ ਆਇਆ ਕਿ ਮਹਾਰਾਜ ਸਾਹਿਬ ਜੀ ਨੇ ਮੈਨੂੰ ਵੀ ਕਿੰਨਾ ਮਾਣ ਬਖਸ਼ਿਸ਼ ਕੀਤਾ, ਹਿਰਦੇ ਅੰਦਰ ਗਿਆਨ ਬਖਸ਼ਿਆ ਹੈ ਤੇ ਮੇਰੀ ਵੀ ਗੁਰਬਾਣੀ ਲਿਖਾ ਲੈਣ, ਜਿੱਥੇ ਹੋਰ ਭਗਤਾਂ ਦੀ ਗੁਰਬਾਣੀ ਲਿਖਾਉਂਦੇ ਹੈ। ਤੇ ਸਾਧ ਸੰਗਤ ਜੀ ਜਦੋਂ ਇਉਂ ਫੁਰਨਾ ਕੀਤਾ ਤੇ ਗਰੀਬ ਨਵਾਜ ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ ਗੁਰਦਾਸ ਅੰਮ੍ਰਿਤ ਵੇੜੇ ਸਣੇ ਕੇਸੀ ਇਸ਼ਨਾਨ ਪਾਨ ਕਰਕੇ ਆਵਣਾ, ਤੁਹਾਡੀ ਵੀ ਗੁਰਬਾਣੀ ਸੀ ਲਿਖਾਉਂਦੇ ਹਾਂ। ਪਰ ਇਹ ਜਦੋਂ ਫੁਰਨਾ ਕੀਤਾ ਕਿ ਸਾਨੂੰ ਵੀ ਕਿੰਨਾ ਗਿਆਨ ਮਹਾਰਾਜ ਨੇ ਬਖਸ਼ਿਆ, ਸਾਡੀ ਵੀ ਗੁਰਬਾਣੀ ਲਿਖਣੀ ਚਾਹੀਦੀ ਹੈ। ਰਾਤ ਦੇ ਸਮੇਂ ਸੁਪਨਾ ਆਇਆ ਕਿ ਸਮੁੰਦਰ ਦੇ ਵਿੱਚ ਪਾਣੀ ਵਿੱਚ ਡੁੱਬ ਰਹੇ ਨੇ ਜਦੋਂ ਆਪਣੀ ਗੁਰਬਾਣੀ ਉਚਾਰਨ ਕਰਦੇ ਹੈ। ਤੇ ਜਦੋਂ ਸਤਿਗੁਰੂ ਜੀ ਨੂੰ ਯਾਦ ਕਰਦੇ ਫਿਰ ਪਾਣੀ ਤੋਂ ਉੱਚੀ ਉੱਠਦੇ ਜਾਂਦੇ ਹੈ, ਨਹੀਂ ਤੇ ਪਾਣੀ ਦੇ ਹੇਠਾਂ ਡੁੱਬਦੇ ਜਾ ਰਹੇ ਸਨ। ਫਿਰ ਮਨ ਦੇ ਵਿੱਚ ਫੁਰਨਾ ਆਇਆ ਕਿ ਨਹੀਂ, ਅਸੀਂ ਸਤਿਗੁਰੂ ਜੀ ਦੀ ਬਰਾਬਰਤਾ ਨਹੀਂ ਕਰ ਸਕਦੇ। ਸਾਡੇ ਮਨ ਦਾ ਇਹ ਹਉਮੈ ਸੀ, ਮਨ ਦਾ ਹੰਕਾਰ ਸੀਗਾ, ਇਹ ਸਾਡਾ ਜਿਹੜਾ ਅੰਦਰ ਦਾ ਫੁਰਨਾ ਸਹੀ ਨਹੀਂ ਸੀ। ਜਦੋਂ ਇਹੋ ਸਾਧ ਸੰਗਤ ਜੀ ਹੋਇਆ, ਅੰਮ੍ਰਿਤ ਵੇਲੇ ਉੱਠ ਕਰਕੇ ਮਹਾਰਾਜ ਜੀ ਦੇ ਹਜ਼ੂਰ ਆਏ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੱਥ ਜੋੜ ਕਰਕੇ ਬੇਨਤੀ ਕੀਤੀ ਸੀ। ਮਹਾਰਾਜ ਕਹਿੰਦੇ ਉਚਾਰਨ ਕਰੋ ਆਪਣੀ ਗੁਰਬਾਣੀ ਵੀ ਭਾਈ ਗੁਰਦਾਸ ਤੁਸੀਂ ਲਿਖਵਾਓ। ਹੱਥ ਜੋੜ ਕਰਕੇ ਕਹਿਣ ਲੱਗੇ ਮਹਾਰਾਜ ਨਹੀਂ, ਇਹ ਗਰੀਬ ਨਵਾਜ ਸਤਿਗੁਰੂ ਜੀ ਰਾਤ ਦੇ ਸਮੇਂ ਜਿਹੜਾ ਮੈਨੂੰ ਸੁਪਨਾ ਆਇਆ ਉਹਦੇ ਤੋਂ ਇਹੋ ਸਿੱਖਿਆ ਪ੍ਰਾਪਤ ਹੁੰਦੀ ਕਿ ਮੈਂ ਆਪ ਜੀ ਦੀ ਬਰਾਬਰਤਾ ਨਹੀਂ ਕਰ ਸਕਦਾ। ਤੇ ਸਤਿਗੁਰੂ ਜੀ ਨੇ ਫਿਰ ਹੁਕਮ ਕੀਤਾ ਸੀ ਕਿ ਤੁਸੀਂ ਆਪਣੀ ਵੱਖਰੀ ਬਾਣੀ ਉਚਾਰਨ ਕਰ ਲਓ। ਤੇ ਸਾਧ ਸੰਗਤ ਜੀ ਹਜੂਰ ਨੇ ਵਰਦਾਨ ਦਿੱਤਾ ਸੀ ਕਿ ਤੁਹਾਡੀਆਂ ਜਿਹੜੀਆਂ ਵਾਰਾਂ ਬਾਣੀ ਹੋਵੇਗੀ ਨਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦੇ ਨਾਲ ਮਹਾਰਾਜ ਜੀ ਨੇ ਵਰਦਾਨ ਦਿੱਤਾ ਕਿ ਜਿਹੜੇ ਗੋਝ ਭੇਦ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਦੇ, ਉਹ ਨਾ ਜਿਹੜੇ ਖੁੱਲ੍ਹਦੇ ਹੋਣ, ਨਾ ਸਮਝ ਪਵੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਕੇ ਉਹ ਗੋਝ ਭੇਦ ਜਿਹੜੇ ਹਨ ਸਾਧ ਸੰਗਤ ਜੀ ਗੁੱਝੇ ਭੇਦ ਉਹਨਾਂ ਨੂੰ ਖੋਲ੍ਹਿਆ ਜਾ ਸਕਦਾ ਹੈ, ਅਰਥਾਂ ਨੂੰ ਵਿਚਾਰਿਆ ਜਾ ਸਕਦਾ ਹੈ। ਫਿਰ 40 ਵਾਰਾਂ ਭਾਈ ਗੁਰਦਾਸ ਸਾਹਿਬ ਜੀ ਨੇ ਉਚਾਰਨ ਕੀਤੀਆਂ ਤੇ 41ਵੀਂ ਜਿਹੜੀ ਵਾਰ ਭਾਈ ਗੁਰਦਾਸ ਸਿੰਘ ਹੋਏ ਹੈ, ਜੋ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਮੇਂ ਜਿਨ੍ਹਾਂ ਨੇ ਇਹ ਵਾਰ 41ਵੀਂ ਵਾਰ ਉਚਾਰਨ ਕੀਤੀ ਹੈ। ਸਾਧ ਸੰਗਤ ਜੀ ਗਰੀਬ ਨਵਾਜ ਮਹਾਰਾਜ ਕਹਿੰਦੇ ਹਨ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵਹਿ ਤਾਂ ਸੇਵਾ। ਜੇ ਚੇਤੇ ਵਿੱਚ ਪਰਮਾਤਮਾ ਸੀ, ਗੁਰੂ ਕਾ ਸ਼ਬਦ ਸੀ ਹਿਰਦੇ ਅੰਦਰ, ਤੇ ਪਾਣੀ ਨੇ ਵੀ
ਸਾਧ ਸੰਗਤ ਜੀ ਆਪਣਾ ਸੁਭਾਅ ਬਦਲ ਲਿਆ, ਉਹ ਵੀ ਸੇਵਾ ਵਿੱਚ ਹਾਜ਼ਰ ਹੋ ਗਿਆ। ਸਾਰਾ ਜਿਹੜਾ ਦਰਿਆ ਸੀ ਇਸੇ ਤਰ੍ਹਾਂ ਤੁਰ ਕਰਕੇ ਪਾਰ ਹੋ ਗਏ ਸਨ ਸੰਗਤ ਦੇ ਸਮੇਤ। ਪਰ ਜਦੋਂ ਥੋੜੀ ਜਿਹੀ ਹਉਮੈ ਆ ਗਈ, ਮਹਾਰਾਜ ਭੁੱਲ ਗਏ, ਫਿਰ ਉਸੇ ਪਾਣੀ ਨੇ ਡੋਬਣਾ ਸ਼ੁਰੂ ਕਰ ਦਿੱਤਾ। ਤੱਤਾਂ ਦੇ ਸੁਭਾਅ ਹੀ ਬਦਲ ਜਾਂਦੇ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਤੂੰ ਵਿਸਰਹਿ ਤਾਂ ਸਭ ਕੋ ਲਾਗੂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਅਨੇਕਾਂ ਚੋਜ ਵਰਤਾਏ ਹਨ। ਹਜੂਰ ਦੀ ਸ਼ਰਨ ਵਿੱਚ ਜਿਸ ਭਾਵਨਾ ਦੇ ਨਾਲ ਕੋਈ ਚੱਲ ਕਰਕੇ ਆਇਆ, ਉੱਦਾਂ ਦੀ ਭਾਵਨਾ ਦੇ ਨਾਲ ਮਹਾਰਾਜ ਮਿਲਦੇ ਰਹੇ ਹੈ। ਜੇ ਵੈਰ ਭਾਵਨਾ ਕਰਕੇ ਆਉਂਦਾ ਹੈ, ਕੋਈ ਸ਼ਸਤਰਧਾਰੀ ਫੌਜ ਲੈ ਕਰਕੇ ਚੜ੍ਹਾਈ ਕਰਕੇ ਆਉਂਦਾ ਹੈ, ਤੇ ਮਹਾਰਾਜ ਉਸੇ ਤਰ੍ਹਾਂ ਫਿਰ ਵੀਰ ਰਸ ਦੇ ਵਿੱਚ ਦੁਸ਼ਮਣ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਮਿਲਦੇ ਰਹੇ ਹੈ। ਪਹਾੜੀਆਂ ਦੇ ਨਾਲ ਸਾਧ ਸੰਗਤ ਜੀ ਬਹੁਤ ਭਾਰੀ ਜੰਗ ਹੋਈ, ਤੇ ਸਤਿਗੁਰੂ ਜੀ ਨੇ ਸਾਧ ਸੰਗਤ ਹੁਕਮ ਕੀਤਾ ਸੀਗਾ ਕਿ ਦੁਸ਼ਮਣਾਂ ਦੇ ਨਾਲ ਅੱਗੇ ਵੱਧ ਕਰਕੇ ਡਟ ਕਰਕੇ ਮੁਕਾਬਲਾ ਕਰਨਾ, ਆਪਣੇ ਥਾਵਾਂ ਤੇ ਰਹਿ ਕਰਕੇ ਦੁਸ਼ਮਣਾਂ ਦੇ ਨਾਲ ਜੰਗ ਲੜਨੀ ਹੈ। ਪਰ ਜਦੋਂ ਦੇਖਿਆ ਕਿ ਖਾਲਸੇ ਦੇ ਜਿਹੜੇ ਹੱਥ ਕਰੜੇ ਹੋ ਰਹੇ ਹੈ, ਦੁਸ਼ਮਣਾਂ ਤੇ ਭਾਰੂ ਪੈ ਰਹੇ, ਤੇ ਮਹਾਰਾਜ ਜੀ ਦੇ ਬਚਨਾਂ ਨੇ ਸਿੰਘਾਂ ਨੂੰ ਵਿਸਾਰ ਦਿੱਤਾ ਸੀ, ਸਤਿਗੁਰੂ ਜੀ ਦੇ ਬਚਨਾਂ ਨੂੰ ਭੁਲਾ ਦਿੱਤਾ, ਤੇ ਅੱਗੇ ਹੋ ਕਰਕੇ ਵੱਧ ਕਰਕੇ ਜਦੋਂ ਦੁਸ਼ਮਣਾਂ ਦੇ ਉੱਪਰ ਟੁੱਟ ਕਰਕੇ ਪੈ ਰਹੇ ਸਨ, ਤੇ ਸਾਧ ਸੰਗਤ ਜੀ ਪਹਾੜੀ ਰਾਜਿਆਂ ਦੀ ਜਿਹੜੀ ਫੌਜ ਸੀ ਉਹ ਫਿਰ ਹੈਵੀ ਹੋ ਗਈ, ਭਾਵ ਉਹਨਾਂ ਦਾ ਬਲ ਜਿਹੜਾ ਸੀ ਜ਼ਿਆਦਾ ਵੱਧ ਗਿਆ। ਸਤਿਗੁਰੂ ਜੀ ਦੇ ਬਚਨ ਭੁਲਾਉਣੇ ਕਰਕੇ, ਮਹਾਰਾਜ ਜੀ ਦਾ ਬਚਨ ਸੀ ਅੱਗੇ ਵੱਧ ਕਰਕੇ ਤੁਸਾਂ ਨੇ ਜੰਗ ਨਹੀਂ ਕਰਨੀ, ਨਾ ਹੀ ਦੁਸ਼ਮਣਾਂ ਦੇ ਪਿੱਛੇ ਭੱਜਣਾ ਹੈ। ਪਰ ਸਤਿਗੁਰੂ ਜੀ ਦਾ ਬਚਨ ਭੁਲਾਉਣੇ ਕਰਕੇ ਪਹਾੜੀ ਰਾਜਿਆਂ ਦੀ ਜਿਹੜੀ ਫੌਜ ਸੀ ਸਾਧ ਸੰਗਤ ਜੀ, ਉਹਨਾਂ ਨੇ ਸਿੰਘਾਂ ਦੇ ਉੱਪਰ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ। ਬੜਾ ਭਾਰੀ ਨੁਕਸਾਨ ਹੋਇਆ। ਫਿਰ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਖਿਮਾ ਮੰਗੀ, ਭੁੱਲ ਬਖਸ਼ਾਈ। ਹਜੂਰ ਨੇ ਆਪਣੇ ਧਨਕ ਦੇ ਚਿੱਲੇ ਵਿੱਚ ਤੀਰ ਜੋੜ ਕਰਕੇ ਛੱਡੇ, ਫਿਰ ਦੁਸ਼ਮਣਾਂ ਦਾ ਸਫਾਇਆ ਕੀਤਾ ਸੀ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹੈ, ਤੂੰ ਵਿਸਰਹਿ ਤਾਂ ਸਭ ਕੋ ਲਾਗੂ, ਚੀਤ ਆਵਹਿ ਤਾਂ ਸੇਵਾ। ਜੇ ਗੁਰੂ ਕਾ ਬਚਨ ਯਾਦ ਰਹੇ ਤੇ ਸਾਧ ਸੰਗਤ ਜੀ ਕੋਈ ਦੁਸ਼ਮਣ ਵੀ ਭਾਰੀ ਨਹੀਂ ਪੈ ਸਕਦਾ। ਜੇ ਮਹਾਰਾਜ ਦੀ ਯਾਦ ਭੁੱਲ ਜਾਂਦੀ ਹੈ, ਉਹ ਦੁਸ਼ਮਣ ਹੈ ਜਿਸ ਨੂੰ ਲਿਤਾੜਿਆ ਹੁੰਦਾ ਹੈ, ਜਿਹਦਾ ਕੋਈ ਬਲ ਨਹੀਂ ਚੱਲਦਾ, ਉਹਦਾ ਬਲ ਫਿਰ ਸਾਧ ਸੰਗਤ ਜੀ ਕਈ ਗੁਣਾ ਵੱਧ ਕਰਕੇ ਫਿਰ ਜੀਵ ਤੇ ਪ੍ਰਭਾਵਸ਼ਾਲੀ ਹੋ ਜਾਣਾ ਕਰਦਾ, ਉਹਦਾ ਬਲ ਭਾਰੀ ਪੈ ਜਾਂਦਾ ਹੈ। ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹੇ ਅਕਾਲ ਪੁਰਖ ਪ੍ਰਮਾਤਮਾ, ਚੀਤ ਆਵੇ ਤਾਂ ਸੇਵਾ। ਅਸਲ ਸੇਵਾ ਮਹਾਰਾਜ ਤਾਂ ਹੀ ਹਿਰਦੇ ਹੋ ਕੇ ਕੀਤੀ ਜਾ ਸਕਦੀ ਜੇ ਆਪ ਜੀ ਚਿੱਤ ਵਿੱਚ ਆਵੰਦੇ ਹੋ। ਆਵਰ ਨਾ ਕੋ ਦੂਜਾ ਸੂਝੈ। ਹੇ ਪ੍ਰਮਾਤਮਾ, ਆਪ ਜੀ ਤੋਂ ਬਿਨਾਂ ਕੋਈ ਦੂਜਾ ਸਾਨੂੰ ਸੁਝਦਾ ਨਹੀਂ, ਕੋਈ ਦਿਸਦਾ ਨਹੀਂ, ਕੋਈ ਗਿਆਤ ਵਾਲਾ ਨਹੀਂ ਆਵੰਦਾ। ਸਾਚੇ ਅਲਖ ਅਪੇਵਾ। ਹੇ ਸੱਚੇ ਪ੍ਰਮਾਤਮਾ, ਲਖਣ ਤੋਂ ਰਹਿਤ, ਭੇਦਾਂ ਤੋਂ ਰਹਿਤ ਪ੍ਰਮਾਤਮਾ, ਸੱਚੇ ਪਰਮੇਸ਼ਰ ਜੀ, ਆਪ ਜੀ ਤੋਂ ਬਿਨਾਂ ਸਾਨੂੰ ਕੋਈ ਵੀ ਦੂਜਾ ਸੰਸਾਰ ਦੇ ਅੰਦਰ ਸੁਝਦਾ ਨਹੀਂ ਹੈ। ਮਹਾਰਾਜ ਆਪ ਜੈਸਾ ਕੋਈ ਸੰਸਾਰ ਦੇ ਅੰਦਰ ਪ੍ਰਭਾਵਸ਼ਾਲੀ, ਸ਼ਕਤੀਸ਼ਾਲੀ, ਗੁਣਵਾਨ, ਗੁਣਾਂ ਦਾ ਖਜ਼ਾਨਾ, ਭਗਤੀ ਦਾ ਭੰਡਾਰਾ, ਭਗਤੀ ਦੇ ਭੰਡਾਰੇ ਬਖਸ਼ਿਸ਼ ਕਰਨ ਵਾਲਾ, ਆਪ ਜੀ ਤੋਂ ਬਿਨਾਂ ਕੋਈ ਵੀ ਸੰਸਾਰ ਅੰਦਰ ਨਹੀਂ ਦਿਸਦਾ। ਜੀਤ ਆਵੈ ਤਾਂ ਸਦਾ ਦਇਆਲਾ। हे ਪਰਮੇਸ਼ਰ ਜੀ, ਆਪ ਜੀ ਦੀ ਯਾਦ ਜੀਵਾਂ ਦੇ ਚੇਤੇ ਵਿੱਚ ਆਉਂਦੀ ਹੈ ਨਾ, ਫਿਰ ਸਦਾ ਸਾਰੇ ਸੰਸਾਰ ਦੇ ਜੀਵ ਦਿਆਲੂ ਹੋ ਜਾਂਦੇ। ਹਰ ਕੋਈ ਫਿਰ ਦਿਆਲਤਾ ਕਰਦਾ ਹੈ, ਹਰ ਕੋਈ ਜੀਵ ਫਿਰ ਦਇਆਵਾਨ ਹੋ ਜਾਂਦਾ ਹੈ। ਜਿਹੜੇ ਵਿਰੋਧੀ ਸੁਭਾਅ ਹਨ ਤੱਤਾਂ ਦੇ, ਸੰਸਾਰ ਦੇ ਜੀਵਾਂ ਦੇ, ਉਹ ਵੀ ਫਿਰ ਦਇਆਵਾਨ ਹੋਣ ਲੱਗ ਪੈਂਦੇ ਹੈ, ਨਹੀਂ ਤੇ ਕੋਈ ਦਇਆ ਨਹੀਂ ਕਰਦਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਚੀਤ ਆਵੈ ਤਾਂ ਸਦਾ ਦਇਆਲਾ। ਪਰਮੇਸ਼ਰ ਸਦਾ ਹੀ ਆਪ ਜੀ ਦੀ ਦਿਆਲਤਾ ਪ੍ਰਾਪਤ ਹੁੰਦੀ ਹੈ। ਜੇ ਕਿਤੇ ਆਪ ਜੀ ਦੀ ਯਾਦ ਸਾਡੇ ਚੇਤੇ ਵਿੱਚ ਆਉਂਦੀ ਹੈ, ਲੋਗਨ ਕਿਆ ਵਿਚਾਰੇ। ਤੇ ਫਿਰ ਜਿਹੜੇ ਸੰਸਾਰ ਦੇ ਲੋਕ ਹਨ, ਉਹਨਾਂ ਦੀਆਂ ਵਿਚਾਰਾਂ ਭਲਾ ਕੀ ਹਨ। ਮਹਾਰਾਜ ਕੋਈ ਸੰਸਾਰ ਦੇ ਲੋਕਾਂ ਦੀ ਕਾਨ ਕਨੌਟ ਦੀ ਪਰਵਾਹ ਨਹੀਂ। ਜੇ ਆਪ ਜੀ ਸਾਡੇ ਚਿੱਤ ਵਿੱਚ ਹੋ ਤੇ ਪ੍ਰਮਾਤਮਾ ਫਿਰ ਸੰਸਾਰ ਦੀਆਂ ਵਿਚਾਰਾਂ, ਜਿਹੜੇ ਕੋਈ ਨਿੰਦਿਆ ਕਰਦੇ ਹੈ, ਸਾਡੀਆਂ ਚੁਗਲੀਆਂ ਕਰਦੇ ਹੈ, ਸਾਡੇ ਨਾਲ ਈਰਖਾਬਾਜ਼ੀ ਕਰਦੇ ਹਨ, ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਹੈ।
ਕਿਉਂਕਿ ਲੋਗਨ ਕਿਆ ਵਿਚਾਰੇ, ਉਹ ਬਪੜੇ ਲੋਕ ਸੰਸਾਰ ਦੇ ਵਿਚਾਰੇ ਭਲਾ ਸਾਡਾ ਕੀ ਵਿਗਾੜ ਸਕਦੇ ਹਨ। ਜਿਨ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ ਰਾਮ ਰਾਜੇ। ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ। ਮਹਾਰਾਜ ਕਹਿੰਦੇ ਉਹਨਾਂ ਦੀ ਨਿੰਦਿਆ ਕਰਕੇ ਭਲਾ ਕੀ ਕੋਈ ਵਿਗਾੜ ਸਕਦਾ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਹੈ। ਜੋ ਹਿਰਦਿਓਂ ਕਿ ਹਰ ਸਮੇਂ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗੇ ਰਹਿੰਦੇ ਹਨ। ਲੋਗਨ ਕਿਆ ਵਿਚਾਰੇ, ਸੰਸਾਰ ਦੇ ਵਪੜੇ ਲੋਕ ਭਲਾ ਉਹਨਾਂ ਦੇ ਬਾਬਤ ਕੀ ਵਿਚਾਰ ਸਕਦੇ ਆ, ਉਹਨਾਂ ਦਾ ਕੀ ਮਾੜਾ ਸੋਚ ਸਕਦੇ ਹਨ। ਬੁਰਾ ਭਲਾ ਕਹੋ ਕਿਸਨੋ ਕਹੀਐ। ਹੇ ਪ੍ਰਮਾਤਮਾ ਜੀ, ਬੁਰਾ ਔਰ ਭਲਾ, ਚੰਗਾ ਤੇ ਮਾੜਾ ਸੀ ਮਹਾਰਾਜ ਕਿਸ ਨੂੰ ਕਹਿਣਾ ਕਰੀਏ। ਸਗਲੇ ਜੀ ਤੁਮਾਰੇ, ਜੇ ਸਾਰੇ ਜੀਵ ਆਪ ਜੀ ਦੇ ਹੀ ਪੈਦਾ ਕੀਤੇ ਹਨ, ਹਰ ਇੱਕ ਜੀਵ ਦੇ ਵਿੱਚ ਪਰਮੇਸ਼ਰ ਆਪ ਜੀ ਦੀ ਜਾਗਦੀ ਹੋਈ ਜੋਤ ਵਰਤ ਰਹੀ ਹੈ, ਫਿਰ ਚੰਗਾ ਤੇ ਮਾੜਾ ਕਿਸ ਨੂੰ ਕਹੀਏ। ਮਹਾਰਾਜ ਚੰਗੇ ਸੁਭਾਅ ਵਾਲੇ ਨੂੰ ਚੰਗਾ ਤੇ ਮਾੜੇ ਸੁਭਾਅ ਵਾਲੇ ਨੂੰ ਮਾੜਾ ਕਿਵੇਂ ਸੀ ਕਹਿਣਾ ਕਰੀਏ। ਹੈ ਤਾਂ ਸਾਰੇ ਆਪ ਜੀ ਦੇ ਜੀਵ ਜੰਤੂ ਹਨ, ਸਗਲੇ ਜੀਵ ਤੁਮਾਰੇ। ਪ੍ਰਮਾਤਮਾ ਕਿਸ ਨੂੰ ਭਲਾ ਤੇ ਕਿਸ ਨੂੰ ਅਸੀਂ ਬੁਰਾ ਕਹਿਣਾ ਕਰੀਏ। ਹੇ ਮਹਾਰਾਜ ਕਿਸ ਨੂੰ ਗੁਣਾ ਵਾਲਾ, ਕਿਸ ਨੂੰ ਔਗਣ ਹਾਰਾ, ਚੰਗਾ ਤੇ ਮੰਦਾ ਕਿਸ ਨੂੰ ਕਹਿਣਾ ਕਰੀਏ, ਜੇ ਸਾਰੇ ਆਪ ਜੀ ਦੇ ਹੀ ਪੈਦਾ ਕੀਤੇ ਜੀਵ ਹਨ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ। ਤੇਰੀ ਟੇਕ ਤੇਰਾ ਆਧਾਰਾ। ਹੇ ਪ੍ਰਮਾਤਮਾ, ਜਿਨ੍ਹਾਂ ਦੀ ਮਨ ਕਰਕੇ ਆਪ ਜੀ ਦੇ ਚਰਨਾਂ ਦੀ ਟੇਕ ਧਾਰਨ ਕੀਤੀ ਹੈ, ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦੇ ਤਨ ਕਰਕੇ ਵੀ ਮਹਾਰਾਜ ਤੁਹਾਡਾ ਹੀ ਆਧਾਰਾ ਆਸਰਾ ਧਾਰਨ ਕੀਤਾ ਹੈ। ਮਨ ਕਰਕੇ ਤਨ ਕਰਕੇ ਆਪ ਜੀ ਦੇ ਚਰਨਾਂ ਦਾ ਮਹਾਰਾਜ ਜਿਨ੍ਹਾਂ ਨੇ ਆਸਰਾ ਲਿਆ ਹੈ। ਹਾਥ ਦੇ ਤੂੰ ਰੱਖ ਹੈ। ਪਰਮੇਸ਼ਰ ਆਪ ਉਹਨਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਦੀ ਮਹਾਰਾਜ ਰੱਖਿਆ ਕਰਦੇ ਹੋ। ਉਹਨਾਂ ਨੂੰ ਖੋਟੀ ਸੰਗਤ ਵਿੱਚ ਪੈਣੇ ਤੋਂ ਰੱਖਿਆ ਕਰਦੇ, ਬਚਾ ਲੈਂਦੇ ਹੋ। ਬੁਰੇ ਕਰਮਾਂ ਤੋਂ ਮਹਾਰਾਜ ਉਹਨਾਂ ਦੀ ਰੱਖਿਆ ਕਰਦੇ ਹੋ। ਸੰਸਾਰ ਦੇ ਪਾਪ ਕਰਮਾਂ ਵਿੱਚ ਗਲਤਾਨ ਹੋਣੇ ਤੋਂ ਆਪ ਜੀ ਬਚਾ ਲੈਂਦੇ ਹੋ। ਮਹਾਰਾਜ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋਣੇ ਤੋਂ, ਔਗੁਣਾਂ ਨੂੰ ਧਾਰਨ ਕਰਨੇ ਤੋਂ ਮਹਾਰਾਜ ਆਪ ਜੀ ਬਚਾ ਲੈਂਦੇ ਹੋ। ਹਾਥ ਦੇ ਤੂੰ ਰੱਖ ਹੈ। ਮਹਾਰਾਜ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਆਪ ਜੀ ਦੀ ਯਾਦ ਵਸ ਜਾਂਦੀ ਹੈ, ਆਪ ਮਹਾਰਾਜ ਕਿਰਪਾ ਰੂਪੀ ਹੱਥ ਉਹਨਾਂ ਦੇ ਸੀਸ ਤੇ ਮਿਹਰ ਭਰਿਆ ਰੱਖ ਦਿੰਦੇ ਹੋ। ਫਿਰ ਸਭ ਥਾਵਾਂ ਤੇ ਉਹਨਾਂ ਦੀ ਮਹਾਰਾਜ ਰੱਖਿਆ ਹੁੰਦੀ ਹੈ। ਸੰਸਾਰ ਵਿੱਚ ਡੁੱਬਣ ਤੋਂ ਵੀ ਮਹਾਰਾਜ ਉਹਨਾਂ ਜੀਵਾਂ ਦਾ ਬਚਾਓ ਹੋ ਜਾਂਦਾ ਹੈ। ਜਿਨ੍ਹਾਂ ਦੇ ਸੀਸ ਤੇ ਮਿਹਰ ਭਰਿਆ ਆਪ ਜੀ ਮਹਾਰਾਜ ਹੱਥ ਰੱਖ ਦਿੰਦੇ ਹੋ। ਆਪ ਕਿਰਪਾ ਕਰਕੇ ਜਿਨ੍ਹਾਂ ਦੀ ਰੱਖਿਆ ਕਰਨ ਵਾਲੇ ਹੋ। ਜਿਸ ਜਨ ਉਪਰ ਤੇਰੀ ਕਿਰਪਾ। ਹੇ ਪ੍ਰਮਾਤਮਾ ਜੀ, ਜਿਨ੍ਹਾਂ ਦਾਸਾਂ ਦੇ ਉੱਪਰ ਆਪ ਜੀ ਦੀ ਕਿਰਪਾ ਹੋ ਗਈ ਹੈ, ਤਿਸ ਕਾ ਬਿਪਨਾ ਕੋ ਭਾਖੈ। ਮਹਾਰਾਜ ਉਹਨਾਂ ਨੂੰ ਬਿਪ ਕੋਈ ਉਲਟਾ ਬਚਨ ਨਹੀਂ ਭਾਖੈ ਉਚਾਰਨ ਕਰ ਸਕਦਾ। ਹਰ ਕੋਈ ਉਹਨਾਂ ਦੀ ਆਗਿਆ ਵਿੱਚ ਚੱਲਦਾ ਹੈ। ਹਰ ਇੱਕ ਨੂੰ ਉਹਨਾਂ ਦਾ ਬਚਨ ਮੰਨਣਾ ਪੈਂਦਾ ਹੈ। ਜਿਸ ਤੇ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ। ਜਿਸ ਜਨ ਉੱਪਰ ਤੇਰੀ ਕਿਰਪਾ। ਜਿਨ੍ਹਾਂ ਮਹਾਰਾਜ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ, ਆਪ ਜੀ ਦੇ ਪਿਆਰੇ ਦਾਸਾਂ, ਆਪ ਜੀ ਦੇ ਪਿਆਰੇ ਜਨਾਂ ਤੇ ਆਪ ਜੀ ਦੀ ਕਿਰਪਾ ਹੋ ਗਈ ਹੈ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਤਿਸ ਕੋ ਬਿਪ ਨਾ ਕੋ ਭਾਖੈ। ਹੇ ਮਹਾਰਾਜ, ਉਹਨਾਂ ਨੂੰ ਕੋਈ ਬਿਪ ਉਲਟਾ ਬਚਨ ਨਹੀਂ ਭਾਖੈ ਉਚਾਰਨ ਕਰ ਸਕਦਾ। ਜੋ ਵੀ ਉਹ ਬਚਨ ਕਹਿੰਦੇ ਹੈ, ਹਰ ਇੱਕ ਜੀਵ ਸੰਸਾਰ ਦਾ ਉਹਨਾਂ ਦਾ ਬਚਨ ਸਤ ਕਰਕੇ ਮੰਨਦਾ ਹੈ ਕਿ ਇਹਦੇ ਵਿੱਚ ਹੀ ਮੇਰਾ ਭਲਾ ਹੈ। ਮਹਾਰਾਜ, ਜਿਵੇਂ ਪਰਮੇਸ਼ਰ ਆਪ ਜੀ ਦਾ ਅਮੋੜ ਬਚਨ ਹੈ, ਕੋਈ ਆਪ ਜੀ ਦੇ ਬਚਨ ਨੂੰ ਟਾਲ ਨਹੀਂ ਸਕਦਾ। ਆਪ ਜੀ ਦਾ ਰੂਪ ਹੋਏ ਹੋਏ ਬੰਦਗੀ ਕਰਨ ਵਾਲੇ ਸਤਿਪੁਰਸ਼, ਆਪ ਜੀ ਦੇ ਪਿਆਰੇ ਜਨ, ਤਿਸ ਕਉ ਬਿਪ ਨਾ ਕੋ ਭਾਖੈ। ਉਹਨਾਂ ਦੇ ਬਚਨ ਉਲਟਾ ਕਰਕੇ ਅੱਗੋਂ ਕੋਈ ਜਵਾਬ ਨਹੀਂ ਦੇ ਸਕਦਾ। ਔਰ ਇਸੇ ਪ੍ਰਕਾਰ ਬਿਪ ਨਾਮ ਬਿਪਤਾ ਦਾ ਵੀ ਹੈ। ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ, ਤਿਸ ਕੋ ਬਿਪ ਨਾ ਕੋ ਭਾਖੈ। ਇਹ ਭਾਖੈ ਨਾਮ ਭਖਣ ਕਰਨ ਦਾ ਹੈ। ਮਹਾਰਾਜ, ਉਹਨਾਂ ਤੇ ਕੋਈ ਬਿਪਤਾ, ਕੋਈ ਆਪਤ ਆ ਕਰਕੇ ਉਹਨਾਂ ਨੂੰ ਭਖਣ ਨਹੀਂ ਕਰ ਸਕਦੀ।
ਉਹਨਾਂ ਨੂੰ ਕੋਈ ਦੁੱਖ ਨਹੀਂ ਦੇ ਸਕਦਾ, ਕੋਈ ਬਿਪਤਾ ਵੀ ਆ ਕੇ ਉਹਨਾਂ ਤੇ ਪੈਂਦੀ ਨਹੀਂ। ਜਿਸ ਜਨ ਉੱਪਰ ਤੇਰੀ ਕਿਰਪਾ, ਪਰਮਾਤਮਾ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ। ਹੇ ਵਾਹਿਗੁਰੂ ਜੀ, ਜਿਨ੍ਹਾਂ ਤੇ ਆਪ ਜੀ ਕਿਰਪਾਲੂ ਹੋ ਕਰਕੇ ਬਖਸ਼ਿਸ਼ ਕਰ ਦਿੰਦੇ ਹੋ ਨਾ, ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹੋ ਮਹਾਰਾਜ, ਸਭ ਉਹਨਾਂ ਦੀਆਂ ਬਿਪਤਾਵਾਂ ਵੀ ਟਾਲ ਦਿੰਦੇ ਹੋ। ਸਭ ਬਿਪਤਾ ਪੈਣ ਵਾਲੇ ਦੁੱਖ ਮਹਾਰਾਜ, ਪੈਣ ਵਾਲੇ ਜ਼ਿੰਦਗੀ ਦੇ ਕਾਰਜਾਂ ਦੇ ਵਿੱਚ ਰੁਕਾਵਟਾਂ ਸਭ ਆਪ ਜੀ ਦੂਰ ਕਰ ਦਿੰਦੇ ਹੋ, ਜਿਨ੍ਹਾਂ ਤੇ ਆਪ ਜੀ ਦੀ ਵਿਸ਼ਿਸ਼ਟ ਕਿਰਪਾ ਹੋ ਜਾਂਦੀ ਹੈ। ਓਹੋ ਸੁਖ ਓਹਾ ਵਡਿਆਈ, ਜੀਵਨ ਦੇ ਅੰਦਰ ਮਹਾਰਾਜ ਉਹੋ ਹੀ ਭਾਲਾ ਸੁਖ ਹੈ ਤੇ ਉਹੋ ਹੀ ਸਭ ਤੋਂ ਪਰਮ ਵਡਿਆਈ ਜਾਣੀ ਦੀ ਹੈ। ਜੋ ਪ੍ਰਭ ਜੀ ਮਨ ਭਾਣੀ, ਜੋ ਪ੍ਰਭੂ ਜੀ ਪ੍ਰਮਾਤਮਾ ਜੀ ਦੇ ਮਨ ਨੂੰ ਭਾਵੰਦੀ ਹੈ ਮਹਾਰਾਜ, ਪਰਮ ਸੁਖ ਆਪ ਜੀ ਦੇ ਨਾਮ ਦਾ ਹੈ ਔਰ ਪਰਮ ਵਡਿਆਈ ਆਪ ਜੀ ਦੇ ਗੁਣਾਂ ਨੂੰ ਗਾਉਣ ਦੀ ਹੈ। ਇਹੋ ਹੀ ਮਹਾਰਾਜ ਆਪ ਜੀ ਨੂੰ ਭਾਉਂਦੀ ਹੈ ਤੇ ਇਸ ਲਈ ਮਹਾਰਾਜ ਕਿਰਪਾ ਕਰਕੇ ਸਾਨੂੰ ਪ੍ਰੇਮਾ ਭਗਤੀ ਦੀ ਦਾਤ ਹੀ ਬਖਸ਼ਿਸ਼ ਕਰੋ, ਸਾਡੇ ਹਿਰਦੇ ਅੰਦਰ ਨਾਮ ਦੀ ਦਾਤ ਹੀ ਬਖਸ਼ਿਸ਼ ਕਰੋ। ਸਾਨੂੰ ਮਹਾਰਾਜ ਆਪ ਜੀ ਦੇ ਗੁਣ ਗਾਉਣ ਦਾ, ਆਪ ਜੀ ਦਾ ਜਸ ਕਰਨ ਦਾ ਬਲ ਬਖਸ਼ਿਸ਼ ਕਰਨਾ ਕਰੋ। ਤੂੰ ਦਾਨਾ ਤੂੰ ਸਦ ਮਿਹਰਬਾਨਾ, हे ਪ੍ਰਮਾਤਮਾ, ਤੂੰ ਸਭ ਜੀਵਾਂ ਦਾ ਦਾਨਾ ਹੈ ਔਰ ਅੰਦਰ ਦੀ ਜਾਣਨ ਵਾਲਾ ਹੈ, ਦਿਨਾਈ ਵਾਲਾ ਹੈ ਮਹਾਰਾਜ, ਸਿਆਣਪਾਂ ਵਾਲਾ ਪਰਮੇਸ਼ਰ, ਤੂੰ ਸਭ ਤੋਂ ਵੱਡਾ ਪਰਮ ਸਿਆਣਪਾਂ ਵਾਲਾ ਤੇ ਅੰਤਰਜਾਮੀ ਹੈ। ਤੇ ਫਿਰ ਸਦ ਮਿਹਰਬਾਨਾ, ਸਦਾ ਹੀ ਮਿਹਰ ਕਰਨ ਵਾਲਾ, ਐਸਾ ਮਿਹਰਬਾਨ ਪਰਮੇਸ਼ਰ ਆਪ ਜੀ ਦਾ ਸਵਰੂਪ ਹੈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਸਦਾ ਮਿਹਰਬਾਨ। ਮਹਾਰਾਜ ਕਹਿੰਦੇ ਜੀਏ ਸਗਲ ਕਉ ਦੇ ਦਾਨ, ਸਭ ਸੰਸਾਰ ਭਰ ਦੇ ਜੀਵਾਂ ਨੂੰ ਜੀਵਨ ਦਾਨ ਦੇਣ ਵਾਲਾ, ਹਰ ਇੱਕ ਦਾਨ ਜੀਵ ਦੀ ਝੋਲੀ ਵਿੱਚ ਪਾਉਣ ਵਾਲਾ, ਐਸਾ ਮਿਹਰਬਾਨ ਮਿਹਰ ਕਰਨ ਵਾਲਾ ਕਿਰਪਾਲੂ ਪਰਮਾਤਮਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਤੂੰ ਦਾਨਾ ਤੂੰ ਸਦ ਮਿਹਰਬਾਨਾ। ਮਹਾਰਾਜ ਅੰਤਰਜਾਮੀ ਪਰਮੇਸ਼ਰ ਆਪ ਜੀ ਸਾਡੇ ਦਿਲਾਂ ਦੇ ਔਗਣਾਂ ਨੂੰ ਮਹਾਰਾਜ ਜਾਣਦੇ ਹੋਏ ਵੀ ਸਾਡੇ ਤੇ ਮਿਹਰ ਕਰਨ ਵਾਲੇ ਮਿਹਰਬਾਨ ਹੋ। ਮਹਾਰਾਜ ਆਪ ਜੀ ਐਸੇ ਦਿਨਾਈ ਵਾਲੇ ਜਾਣਨ ਹਾਰੇ ਹੋ। ਆਪ ਜੀ ਸਾਡੇ ਅਕਿਰਤ ਘਣਤਾ ਨੂੰ ਜਾਣਨ ਦੇ ਬਾਵਜੂਦ ਵੀ ਮਹਾਰਾਜ ਸਾਡੇ ਤੇ ਮਿਹਰਬਾਨ ਹੋ ਕਰਕੇ ਮਿਹਰ ਕਰੀ ਜਾ ਰਹੇ ਹੋ, ਸਾਡੇ ਤੇ ਕਿਰਪਾਲਤਾ ਕਰੀ ਜਾ ਰਹੇ ਹੋ, ਸਾਡੇ ਤੇ ਬਖਸ਼ਿਸ਼ਾਂ ਕਰੀ ਜਾ ਰਹੇ ਹੋ, ਕਿਉਂਕਿ ਹਰ ਇੱਕ ਜੀਵ ਦੇ ਅੰਦਰ ਦੀ ਜਾਣਨ ਵਾਲੇ ਐਸੇ ਆਪ ਜੀ ਦਿਨਾਈ ਵਾਲੇ ਹੋ। ਐਸੇ ਮਹਾਰਾਜ ਸੰਸਾਰ ਭਰ ਦੇ ਸਭ ਜੀਵਾਂ ਦੀ ਹਰਕਤ ਨੂੰ, ਭਲਿਆਂ ਦੀ ਬੁਰਿਆਂ ਦੀ ਪੀੜਾਂ ਨੂੰ ਪਹਿਚਾਨਣ ਵਾਲੇ ਹੋ। ਐਸੇ ਅੰਤਰਜਾਮੀ ਪਰਮਾਤਮਾ ਆਪ ਜੀ ਸਦਾ ਹੀ ਸਾਡੇ ਤੇ ਮਿਹਰ ਕਰਨ ਵਾਲੇ ਹੋ। ਨਾਮ ਮਿਲੈ ਰੰਗ ਮਾਣੀ, ਮਹਾਰਾਜ ਆਪ ਜੀ ਦਾ ਨਾਮ ਸਾਨੂੰ ਮਿਲ ਜਾਵੇ ਨਾ ਤੇ ਜੀਵਨ ਦੇ ਅੰਦਰ ਅਸੀਂ ਰੰਗ ਮਾਣੀ ਆਨੰਦ ਨੂੰ ਮਾਨਣਾ ਕਰਾਂਗੇ। ਜੇਕਰ ਆਪ ਜੀ ਸਾਨੂੰ ਕਿਰਪਾ ਕਰਕੇ ਨਾਮ ਦਾ ਦਾਨ ਬਖਸ਼ਿਸ਼ ਕਰ ਦੇਵੋ, ਸ਼ਰਧਾ ਰੂਪ ਝੋਲੀ ਅੱਡ ਕੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਮਹਾਰਾਜ ਕਿਰਪਾ ਕਰੋ, ਤਰੁੱਠਿਓ ਤਾਂ ਸਾਨੂੰ ਨਾਮ ਦਾ ਦਾਨ ਸਾਡੀ ਝੋਲੀ ਵਿੱਚ ਪਾ ਦੇਵੋ, ਕਿਉਂਕਿ ਨਾਮ ਮਿਲੈ ਰੰਗ ਮਾਣੀ। ਤਾਂ ਹੀ ਮਹਾਰਾਜ ਪਰਮ ਆਨੰਦ ਅਸੀਂ ਮਾਨਣਾ ਕਰਾਂਗੇ, ਤਾਂ ਹੀ ਅਸੀਂ ਜੀਵਨ ਦਾ ਪਰਮ ਤੇ ਸਭ ਤੋਂ ਵੱਡਾ ਆਨੰਦ ਅਸੀਂ ਮਾਣ ਸਕਾਂਗੇ ਜੇ ਆਪ ਜੀ ਦਾ ਨਾਮ ਸਾਨੂੰ ਪ੍ਰਾਪਤ ਹੋ ਜਾਵੇਗਾ। ਕਿਉਂਕਿ ਦੁਨੀਆ ਦੇ ਜਿਹੜੇ ਰੰਗ ਹਨ, ਸੰਸਾਰ ਦੇ ਵਿਸ਼ਿਆਂ ਦੇ, ਪਦਾਰਥਾਂ ਦੇ ਜਿੰਨੇ ਵੀ ਆਨੰਦ ਹਨ, ਇਹ ਸਭ ਫਿੱਕੇ ਪੈ ਜਾਣ ਵਾਲੇ ਹੈ। ਆਪ ਜੀ ਦੇ ਨਾਮ ਦਾ ਜੋ ਰੰਗ ਹੈ ਇਹ ਕਦੇ ਵੀ ਫਿੱਕਾ ਪੈਣ ਵਾਲਾ ਨਹੀਂ। ਇਸ ਲਈ ਮਹਾਰਾਜ ਨਾਮ ਮਿਲੈ ਰੰਗ ਮਾਣੀ, ਐਸੀ ਸਾਡੇ ਤੇ ਕਿਰਪਾ ਕਰੋ, ਆਪ ਜੀ ਦਾ ਨਾਮ ਦਾ ਆਨੰਦ ਸਾਨੂੰ ਪ੍ਰਾਪਤ ਹੋ ਜਾਵੇ। ਤੁਧ ਆਗੈ ਅਰਦਾਸ ਹਮਾਰੀ। ਹੁਣ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਸਤਿਗੁਰੂ ਜੀ ਕਿ ਗੁਰਸਿੱਖੋ, ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਹਰ ਸਮੇਂ ਅਰਦਾਸ ਕਰਨੀ ਚਾਹੀਦੀ ਹੈ। ਤੁਧ ਆਗੈ ਅਰਦਾਸ ਹਮਾਰੀ। ਅਰਦਾਸ ਇਹ ਦੋ ਸ਼ਬਦਾਂ ਦਾ ਸੁਮੇਲ ਹੈ, ਅਰਜ਼ ਤੇ ਦਾਸ। ਅਰਜ਼ ਕਹਿੰਦੇ ਨੇ ਬੇਨਤੀ ਨੂੰ, ਦਾਸ ਕਿਹਾ ਜਾਂਦਾ ਅੱਗੇ ਰੱਖਣ ਨੂੰ, ਕਿ ਮਹਾਰਾਜ ਆਪ ਜੀ ਦੇ ਅੱਗੇ ਸਾਡੀ ਬੇਨਤੀ ਹੈ, ਸਾਡੀ ਅਰਦਾਸ ਹੈ, ਜੋਦੜੀ ਹੈ। ਜੀਉ ਪਿੰਡ ਸਭ ਤੇਰਾ। ਪਰਮਾਤਮਾ ਸਭ ਕੁਝ ਆਪ ਜੀ ਦਾ ਬਖਸ਼ਿਆ ਹੈ। ਜੀਉ ਇਹ ਜਿੰਦ ਜਾਨ ਤੇ ਸਰੀਰ ਰੂਪੀ ਪਿੰਡ
ਇਹਦਾ ਮਹਾਰਾਜ ਅਸੀਂ ਕੀ ਮਾਣ ਕਰ ਸਕਦੇ ਹਾਂ? ਕਾਹਦਾ ਅਸੀਂ ਹੰਕਾਰ, ਕਾਹਦਾ ਅਸੀਂ ਗੁਮਾਨ ਕਰ ਸਕਦੇ ਹਾਂ? ਇਹ ਸਭ ਕੁਝ ਆਪ ਜੀ ਦਾ ਹੀ ਬਖਸ਼ਿਆ ਹੋਇਆ ਹੈ। ਸਰੀਰ ਵੀ ਆਪ ਜੀ ਦਾ ਬਖਸ਼ਿਆ ਹੈ, ਸਰੀਰ ਦੇ ਅੰਦਰ ਜਿੰਦ ਜਾਨ ਪਾਈ ਹੋਈ ਵੀ ਮਹਾਰਾਜ ਆਪ ਜੀ ਦੀ ਬਖਸ਼ੀ ਹੈ। ਤੇ ਫਿਰ ਅਸੀਂ ਕਾਹਦਾ ਮਾਣ ਕਰ ਸਕਦੇ ਹਾਂ? ਕਾਹਦਾ ਮਹਾਰਾਜ ਸਾਡੇ ਮਨ ਦੇ ਵਿੱਚ ਹੰਕਾਰ ਆ ਸਕਦਾ ਹੈ? ਕਾਹੋ ਨਾਨਕ ਸਭ ਤੇਰੀ ਵਡਿਆਈ। ਹੇ ਪ੍ਰਮਾਤਮਾ, ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ, ਮਹਾਰਾਜ ਸਾਰੀ ਆਪ ਜੀ ਦੀ ਵਡਿਆਈ ਹੈ। ਸੰਸਾਰ ਦੇ ਅੰਦਰ ਜੋ ਮਹਾਰਾਜ ਆਪ ਜੀ ਨੇ ਸਾਨੂੰ ਜੀਵਨ ਦੇ ਵਿੱਚ ਮਾਣ ਬਖਸ਼ਿਆ ਹੈ, ਜੋ ਵਡਿਆਈ ਬਖਸ਼ਿਸ਼ ਕੀਤੀ ਹੈ, ਜੋ ਸਾਨੂੰ ਮਹਾਰਾਜ ਸਤਿਕਾਰ ਬਖਸ਼ਿਸ਼ ਕੀਤਾ ਹੈ, ਸਭ ਕੁਝ ਆਪ ਜੀ ਦਾ ਹੀ ਹੈ। ਕਹੋ ਨਾਨਕ ਸਭ ਤੇਰੀ ਵਡਿਆਈ। ਹੇ ਪ੍ਰਮਾਤਮਾ, ਸਾਰੇ ਆਪ ਜੀ ਦੀ ਹੀ ਪਰਮ ਵਡਿਆਈ ਹੋ ਰਹੀ ਹੈ। ਕੋਈ ਨਾਉ ਨਾ ਜਾਣੈ ਮੇਰਾ। ਕਿਉਂਕਿ ਮੇਰਾ ਨਾਮ ਕੌਣ ਜਾਣਦਾ ਹੈ? ਆਪ ਜੀ ਦੀ ਭਗਤੀ ਕਰਕੇ ਹੀ ਮਹਾਰਾਜ ਸੰਸਾਰ ਦੇ ਅੰਦਰ ਜਾਣੀਦਾ। ਆਪ ਜੀ ਦੇ ਬਾਣੀ ਔਰ ਬਾਣੀ ਕਰਕੇ ਮਹਾਰਾਜ ਸੰਸਾਰ ਦੇ ਜੀਵ ਸਤਿਕਾਰ ਕਰਦੇ ਹੈ। ਨਹੀਂ ਤਾਂ ਮਹਾਰਾਜ ਸਾਡੇ ਵਰਗੇ ਖੱਲੜੇ ਬੜੇ ਸਰੀਰ ਹੋਰ ਵੀ ਸੰਸਾਰ ਵਿੱਚ ਤੁਰੇ ਫਿਰ ਰਹੇ ਹੈ। ਕੌਣ ਸਾਨੂੰ ਜਾਣਦਾ ਹੈ? ਇਹ ਆਪ ਜੀ ਦੇ ਨਾਮ ਬਾਣੀ ਦੀ ਬਾਣੀ ਦੀ ਵਡਿਆਈ ਹੈ। ਆਪ ਜੀ ਦੀ ਮਹਾਰਾਜ ਸੇਵਾ ਸਿਮਰਨ ਦੀ ਵਡਿਆਈ ਹੈ। ਨਹੀਂ ਤਾਂ ਸਾਡੇ ਵਰਗੇ ਖੱਲੜੇ ਹੋਰ ਵੀ ਬਹੁਤ ਸੰਸਾਰ ਦੇ ਅੰਦਰ ਫਿਰ ਰਹੇ ਹੈ। ਉਹਨਾਂ ਨੂੰ ਕਿਉਂ ਨਹੀਂ ਕੋਈ ਮਾਣ ਦਿੰਦਾ? ਉਹਨਾਂ ਨੂੰ ਕਿਉਂ ਨਹੀਂ ਕੋਈ ਸਤਿਕਾਰ ਦਿੰਦਾ? ਕਿਉਂਕਿ ਉਹਨਾਂ ਨੂੰ ਮਹਾਰਾਜ ਜੀਵਨ ਦੇ ਵਿੱਚ ਆਪ ਜੀ ਨੇ ਸੇਵਾ ਸਿਮਰਨ ਪ੍ਰੇਮਾ ਭਗਤੀ ਦੀ ਦਾਤ ਨਹੀਂ ਬਖਸ਼ਿਸ਼ ਕੀਤੀ। ਤੇ ਇਸ ਕਰਕੇ ਫਿਰ ਸਾਡਾ ਕੋਈ ਮਹਾਰਾਜ ਸੰਸਾਰ ਦੇ ਵਿੱਚ ਮਾਣ ਥੋੜਾ ਹੋਇਆ। ਸਾਡਾ ਤਾਂ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਮਹਾਰਾਜ ਸਾਨੂੰ ਕੋਈ ਨਹੀਂ ਯਾਦ ਕਰਦਾ, ਕੇਵਲ ਆਪ ਜੀ ਦੀ ਬੰਦਗੀ ਕਰਕੇ ਹੀ ਹੈ। ਸਾਧ ਸੰਗਤ ਜਿਨ੍ਹਾਂ ਨੂੰ ਅੱਜ ਸਤਿਪੁਰਸ਼ਾਂ ਨੂੰ ਅਸੀਂ ਯਾਦ ਕਰਦੇ ਆ ਨਾ, ਭਾਵੇਂ ਸਰੀਰ ਕਰਕੇ ਸਾਡੇ ਕੋਲ ਨਹੀਂ ਰਹੇ, ਪਰ ਉਹਨਾਂ ਨੂੰ ਯਾਦ ਅਸੀਂ ਅਜੇ ਵੀ ਕਰਦੇ ਹਾਂ। ਇਹਦਾ ਕਾਰਨ ਕੀ ਹੈ? ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ, ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਸੇਵਾ ਸਿਮਰਨ ਕੀਤਾ ਹੈ, ਨਾਮ ਬਾਣੀ ਦਾ ਅਭਿਆਸ ਕੀਤਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕੋਈ ਨਾਉ ਨਾ ਜਾਣੈ ਮੇਰਾ। ਹੇ ਪ੍ਰਮਾਤਮਾ, ਸਾਡਾ ਕੋਈ ਸੰਸਾਰ ਦੇ ਅੰਦਰ ਨਾਉ ਜਾਣਨ ਵਾਲਾ ਨਹੀਂ ਹੈ। ਸਭ ਮਹਾਰਾਜ ਆਪ ਜੀ ਦੀ ਹੀ ਵਡਿਆਈ ਹੋ ਰਹੀ ਹੈ। ਆਸਾ ਮਹੱਲਾ ਪੰਜਵਾ। ਕਰ ਕਿਰਪਾ ਪ੍ਰਭ ਅੰਤਰਜਾਮੀ। ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰੀਏ, ਮਹਾਰਾਜ ਹੈ ਅੰਤਰਜਾਮੀ ਸਤਿਗੁਰੂ ਜੀ, ਹੈ ਅਕਾਲ ਪੁਰਖ ਸਰੂਪ ਪਰਮੇਸ਼ਰ ਸਰੂਪ ਸਤਿਗੁਰੂ ਜੀਓ, ਸਾਡੇ ਤੇ ਐਸੀ ਕਿਰਪਾ ਕਰੋ। ਹੇ ਅੰਤਰਜਾਮੀ ਮਹਾਰਾਜ, ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। ਸਾਡੇ ਅੰਦਰ ਦੀ ਭਾਵਨਾ ਆਪ ਦੀ ਜਾਣਨ ਵਾਲੇ ਹੋ। ਸਾਧ ਸੰਗ ਹਰ ਪਾਈਐ। ਐਸੀ ਸਾਡੇ ਤੇ ਕਿਰਪਾ ਕਰੋ, ਪਰਮੇਸ਼ਰ ਦੀ ਸਤ ਸੰਗਤ ਦੀ ਸਾਨੂੰ ਦਾਤ ਪ੍ਰਾਪਤ ਹੋ ਜਾਵੇ। ਜੀਵਨ ਦੇ ਅੰਦਰ ਮਹਾਰਾਜ ਸਾਧ ਸੰਗਤ ਸਾਨੂੰ ਮਿਲੇ, ਭਲੇ ਪੁਰਸ਼ਾਂ ਦੀ ਸੰਗਤ ਮਿਲੇ, ਖੋਟੀ ਸੰਗਤ ਤੋਂ ਸਦਾ ਸੁਚੇਤ ਹੋ ਕਰਕੇ ਰਹੀਏ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਵੋ। ਖੋਲ ਕੇ ਵਾਰ ਦਿਖਾਲੇ ਦਰਸ਼ਨ। ਜਿਹੜੇ ਪੰਜ ਕੋਸ਼ਾਂ ਰੂਪੀ ਮਹਾਰਾਜ ਕਿਵਾੜ ਪੜਦੇ ਪਏ ਹੋਏ ਹਨ, ਤਖਤੇ ਹਨ ਆਸਾ ਤ੍ਰਿਸ਼ਨਾ ਦੇ, ਔਰ ਇਸੇ ਤਰ੍ਹਾਂ ਔਗਣਾਂ ਦੇ ਵਿਕਾਰਾਂ ਦੇ, ਉਹਨਾਂ ਨੂੰ ਖੋਲ ਕਰਕੇ ਮਹਾਰਾਜ ਹੇ ਪਰਮੇਸ਼ਰ ਆਪ ਜੀ ਸਾਨੂੰ ਕਿਰਪਾ ਕਰਕੇ ਦੀਦਾਰ ਬਖਸ਼ਿਸ਼ ਕਰ ਦੇਣਾ ਕਰੋ। ਖੋਲ ਕਿਵਾੜ ਦਿਖਾਲੇ ਦਰਸ਼ਨ। ਹੇ ਸਤਿਗੁਰੂ ਜੀ, ਪਰਮਾਤਮਾ ਦੇ ਆਪ ਕਿਰਪਾ ਕਰਕੇ ਸਾਨੂੰ ਦਰਸ਼ਨ ਦਿਖਾਲ ਦੇਵੋ, ਦੀਦਾਰ ਕਰਵਾ ਦੇਣਾ ਕਰੋ। ਪੁਨਰਪ ਜਨਮ ਨਾ ਆਈਐ। ਪੁਨਰਪ ਬਾਅਦ ਵਿੱਚ ਫਿਰ ਜਨਮ ਧਾਰਨ ਕਰਕੇ ਅਸੀਂ ਨਹੀਂ ਸੰਸਾਰ ਦੇ ਵਿੱਚ ਆਵਾਂਗੇ। ਨਾ ਆਈਐ, ਨਹੀਂ ਆਉਣਾ ਪਵੇਗਾ ਸੰਸਾਰ ਦੇ ਅੰਦਰ। ਪੁਨਰਪ ਪੁਨः ਬਾਰ ਸੰਸਾਰ ਦੇ ਅੰਦਰ ਜਨਮ ਧਾਰਨ ਕਰ ਕਰਕੇ ਨਹੀਂ ਆਉਣਾ ਪਵੇਗਾ। ਜੇ ਆਪ ਜੀ ਮਹਾਰਾਜ ਸਾਡੇ ਆਸਾ ਤ੍ਰਿਸ਼ਨਾ ਰੂਪੀ ਤਖਤਿਆਂ ਨੂੰ ਖੋਲ ਕਰਕੇ, ਪੰਜਾਂ ਕੋਸ਼ਾਂ ਰੂਪੀ ਕਿਵਾੜਾਂ ਨੂੰ ਖੋਲ ਕੇ ਵਾਹਿਗੁਰੂ ਜੀ ਦੇ ਦੀਦਾਰ ਕਰਵਾ ਦੇਣਾ ਕਰੋ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਮਹਾਰਾਜ ਆਪ ਜੀ ਦੇ ਦੀਦਾਰ ਪ੍ਰਾਪਤ ਹੋ ਜਾਣਗੇ, ਫਿਰ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ। ਪੁਨਰਪ ਜਨਮ ਨਾ ਆਈਐ, ਫਿਰ ਬਾਰ ਸੰਸਾਰ ਦੇ ਅੰਦਰ ਜਨਮ ਧਾਰਨ ਕਰਕੇ ਨਹੀਂ ਆਉਣਾ ਪਵੇਗਾ।
ਮਿਲੋ ਪ੍ਰੀਤਮ ਸੁਆਮੀ ਆਪਣੇ। ਫਿਰ ਜੋ ਪਿਆਰਾ ਪ੍ਰੀਤਮ ਪਰਮੇਸ਼ਰ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਅਸੀਂ ਮਿਲਣਾ ਕਰਾਂਗੇ। ਔਰ ਇਸ ਪ੍ਰਕਾਰ ਹੈ ਪਿਆਰੇ ਪ੍ਰਮਾਤਮਾ, हे ਪ੍ਰੀਤਮ ਪਰਮੇਸ਼ਰ ਜੀ, ਆਪ ਕਿਰਪਾ ਕਰਕੇ ਸਾਨੂੰ ਮਿਲਣਾ ਕਰੋ। ਸਗਲੇ ਦੁਖ ਹਰਾਓ ਰੇ। ਮਹਾਰਾਜ, ਸੰਸਾਰ ਦੇ ਸਾਰੇ ਜਿਹੜੇ ਸਾਡੇ ਦੁੱਖ ਹਨ, ਹਰਾਓ ਰੇ। ਆਪ ਜੀ ਦੇ ਮਿਲਣੇ ਕਰਕੇ ਹੀ ਹਰੇ ਜਾ ਸਕਦੇ ਆ, ਨਾਸ ਹੋ ਸਕਦੇ ਆ। हे ਪਿਆਰੇ ਪ੍ਰੀਤਮ ਪਰਮਾਤਮਾ, ਆਪ ਕਿਰਪਾ ਕਰਕੇ ਸਾਨੂੰ ਮਹਾਰਾਜ ਮਿਲਣਾ ਕਰੋ। ਸਗਲੇ ਦੁੱਖ ਹਰਾਓ ਰੇ। ਅਗਿਆਨ ਆਦਿਕ ਦੇ, ਜੰਮਣ ਮਰਨ ਦੇ, 84 ਦੇ ਗੇੜੇ ਵਿੱਚ ਪੈਣੇ ਦੇ ਜਿਹੜੇ ਦੁੱਖ ਹਨ, ਇਹ ਆਪਣੇ ਆਪ ਹੀ ਸਾਰੇ ਨਾਸ ਹੋ ਜਾਣਗੇ। ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ। ਪਾਪਾਂ ਪੁੰਨਾਂ ਤੋਂ ਪਰੇ ਜੋ ਬ੍ਰਹਮ ਸਰੂਪ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਨ੍ਹਾਂ ਨੇ ਹਿਰਦੇ ਕਰਕੇ ਅਰਾਧਿਆ ਹੈ, ਤਨ ਕਰਕੇ ਪ੍ਰਮਾਤਮਾ ਦਾ ਜਾਪ ਜਪਣਾ, ਮਨ ਕਰਕੇ ਹਿਰਦੇ ਕਰਕੇ ਵਾਹਿਗੁਰੂ ਜੀ ਦੀ ਆਰਾਧਨਾ ਕਰਨੀ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਾਪ ਗੁਰ ਨਾਉ। ਹਿਰਦੇ ਕਰਕੇ ਮਹਾਰਾਜ ਜਿਨ੍ਹਾਂ ਨੇ ਆਪ ਜੀ ਦੀ ਆਰਾਧਨਾ ਕੀਤੀ ਹੈ, ਤਾ ਕੈ ਸੰਗ ਤਰਾਓ ਰੇ। ਉਹਨਾਂ ਦੀ ਸੰਗਤ ਮਹਾਰਾਜ ਸਾਨੂੰ ਬਖਸ਼ਿਸ਼ ਕਰੋ। ਤਰੋ ਰੇ। ਸਾਡਾ ਵੀ ਮਹਾਰਾਜ ਭਵ ਸਾਗਰ ਤੋਂ ਤਰਨਾ ਹੋ ਜਾਵੇਗਾ। ਨਹੀਂ ਤਾਂ ਅਸੀਂ ਮਹਾਰਾਜ ਆਸਾ ਤ੍ਰਿਸ਼ਨਾ ਦੀਆਂ ਤਰੰਗਾਂ ਦੇ ਵਿੱਚ ਹੀ, ਲਹਿਰਾਂ ਦੇ ਵਿੱਚ ਹੀ ਡੁੱਬਦੇ ਜਾ ਰਹੇ ਹਾਂ। ਵਿਕਾਰਾਂ ਰੂਪੀ ਮਹਾਰਾਜ ਜਾਨਵਰ ਸਾਨੂੰ ਜਿਉਂਦਿਆਂ ਹੀ ਨਿਗਲੀ ਜਾ ਰਹੇ ਨੇ। ਬਾਰ-ਬਾਰ ਅਸੀਂ ਜਨਮ ਮਰਨ ਦੇ ਗੇੜ ਵਿੱਚ ਹੀ ਪੈ ਰਹੇ ਹਾਂ। ਕਿ ਇਸ ਕਰਕੇ ਆਪ ਕਿਰਪਾ ਕਰੋ, ਜਿਹੜੇ ਆਪ ਜੀ ਦੇ ਪਿਆਰੇ ਤਰੇ ਹੋਏ ਆ ਨਾ ਭਵ ਸਾਗਰ ਤੋਂ, ਆਪ ਤਰੇ ਤਾਰੇ ਨੇ ਸਰਿੱਠਾ, ਸ੍ਰਿਸ਼ਟੀ ਨੂੰ ਵੀ ਤਾਰਨ ਦੇ ਸਮਰੱਥ ਹੋ ਗਏ ਹੈ ਮਹਾਰਾਜ। ਉਹਨਾਂ ਹਿਰਦੇ ਕਰਕੇ ਨਾਮ ਜਪਣ ਵਾਲਿਆਂ ਦੀ ਆਪ ਕਿਰਪਾ ਕਰਕੇ ਸਾਨੂੰ ਸੰਗਤ ਬਖਸ਼ਿਸ਼ ਕਰ ਦੇਵੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਗੁਰਸਿੱਖੋ ਇਹੋ ਬੇਨਤੀ ਕਰਨਾ ਕਰੋ ਕਿ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਾ ਕੈ ਸੰਗ ਤਰੋ ਰੇ। ਉਹਨਾਂ ਦੀ ਸੰਗਤ ਕਰਕੇ ਪਾਪੀਆਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ, ਜੋ ਹਿਰਦੇ ਹੋ ਕੇ ਪ੍ਰਮਾਤਮਾ ਜੀ ਦੀ ਆਰਾਧਨਾ ਕਰਦੇ ਹਨ। ਜੋ ਗੁਰ ਇਤਿਹਾਸ ਦੇ ਅੰਦਰ ਕਿੰਨੇ ਹੀ ਐਸੇ ਮਹਾਨ ਸਿੱਖਾਂ ਦੇ ਜੀਵਨ ਹਨ, ਜਿਨ੍ਹਾਂ ਨੇ ਸਾਧ ਸੰਗਤ ਜੀ ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਭਵ ਸਾਗਰ ਤੋਂ ਤਰ ਜਾਣਾ ਕੀਤਾ। ਇਕੱਲਾ ਆਪ ਹੀ ਨਹੀਂ ਤਰੇ, ਹੋਰ ਵੀ ਕਈਆਂ ਦਾ ਉਹਨਾਂ ਨੇ ਉਧਾਰ ਕਰ ਦਿੱਤਾ। ਪਰ ਪਹਿਲਾਂ ਜੀਵਨ ਉਹਨਾਂ ਦਾ ਕਿੰਨਾ ਗਿਰਿਆ ਹੋਇਆ ਸੀ, ਨਿੰਦਣਯੋਗ ਸੀ। ਸੰਸਾਰ ਦੇ ਲੋਕ ਕਿੰਨੇ ਉਹਨਾਂ ਦੀ ਨਿੰਦਿਆ ਕਰਦੇ ਸਨ। ਭਾਵੇਂ ਕੋਈ ਡਾਕੂ ਸੀ, ਭਾਵੇਂ ਕੋਈ ਵੱਡਾ ਪਾਪੀ, ਕੋਈ ਵੱਡਾ ਹਥਿਆਰਾ ਸੀ, ਪਰ ਨਾਮ ਜਪਣੇ ਵਾਲਿਆਂ ਦੀ ਸੰਗਤ ਕਰਕੇ ਆਪ ਵੀ ਭਵ ਸਾਗਰ ਤੋਂ ਤਰੇ ਤੇ ਹੋਰ ਵੀ ਕਈਆਂ ਨੂੰ ਤਾਰਨ ਦੇ ਸਮਰੱਥ ਹੋ ਗਏ ਹੈ। ਤਾ ਕੈ ਸੰਗ ਤਰੋ ਰੇ। ਜਿਵੇਂ ਭਾਈ ਅਦਲੀ ਜੀ ਦੀ ਸੰਗਤ ਕੀਤੀ ਸੀ ਨਾ ਬਾਬਾ ਬਿਧੀ ਚੰਦ ਸਾਹਿਬ ਜੀ ਨੇ। ਸਾਧ ਸੰਗਤ ਜੀ, ਕਿਉਂਕਿ ਇਹ ਜ਼ਿੰਦਗੀ ਦਾ ਇੱਕ ਥਾਰ ਹੈ ਕਿ ਜੀਵਨ ਦੇ ਅੰਦਰ ਬਚਪਨ ਤੋਂ ਹੀ ਜਿਸ ਮਨੁੱਖ ਨੂੰ ਮਾੜੀ ਸੰਗਤ ਮਿਲੇ, ਉਹ ਸੁਭਾਵਕ ਹੀ ਮਾੜੇ ਪਾਸੇ ਲੱਗਦਾ ਹੈ। ਇਹ ਜੀਵਨ ਦੇ ਵਿੱਚ ਅਸਲੀਅਤ ਹੈ, ਇਹ ਸੱਚ ਹੈ, ਹਕੀਕਤ ਹੈ। ਬਚਪਨ ਤੋਂ ਹੀ ਜਿਸ ਮਨੁੱਖ ਨੂੰ ਮਾੜੀ ਸੰਗਤ ਮਿਲੇ, ਉਹ ਮਾੜੇ ਪਾਸੇ ਲੱਗਦਾ, ਮਾੜਾ ਸੋਚਦਾ, ਮਾੜੇ ਕਰਮ ਕਰਦਾ, ਉਹ ਮਾੜੀ ਖੋਟੀ ਸੰਗਤ ਦੇ ਵਿੱਚ ਹੀ ਰੁੱਝਾ ਰਹਿੰਦਾ। ਮਨ ਵੀ ਉੱਥੇ ਹੀ ਜਾ ਕਰਕੇ ਉਹਦਾ ਮਿਲਦਾ ਹੈ। ਤੇ ਜੇ ਦੇਵਨੇਤ ਨਾਲ ਪੂਰਬਲਾ ਭਾਗ ਕੋਈ ਜੀਵ ਦਾ ਚੰਗਾ ਜਾਗ ਪਵੇ, ਚੰਗੀ ਸੰਗਤ ਮਿਲ ਜਾਵੇ, ਫਿਰ ਚੰਗਾ ਸੋਚਦਾ, ਚੰਗੇ ਕਰਮ ਕਰਦਾ, ਚੰਗੇ ਗੁਰਮੁਖਾਂ ਭਲੇ ਪੁਰਸ਼ਾਂ ਦੀ ਸੰਗਤ ਦੇ ਵਿੱਚ ਉਹਦਾ ਮਨ ਜਿਹੜਾ ਲੱਗਦਾ ਹੈ। ਇਹ ਸੁਭਾਵਕ ਹੈ, ਜਿੰਦਾ ਦੀ ਸੰਗਤ ਕਰਦਾ ਉਦਾਂ ਦਾ ਰੰਗ ਚੜ੍ਹਦਾ ਹੈ। ਜੇ ਸਾਧ ਸੰਗਤ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਅਸੀਂ ਜੀਵਨ ਪੜ੍ਹਦੇ ਹਾਂ, ਪਹਿਲਾਂ ਚੋਰੀਆਂ ਕਰਨੀਆਂ, ਝੂਠ ਬੋਲਣਾ, ਕਿੰਨਾ ਧਨ ਪਦਾਰਥ ਮਾਲ ਲੋਕਾਂ ਦਾ ਚੁਰਾ ਕਰਕੇ ਲੈ ਜਾਂਦੇ ਸਨ, ਕਿਉਂਕਿ ਚੰਗੀ ਸੰਗਤ ਨਹੀਂ ਸੀ ਜੀਵਨ ਦੇ ਵਿੱਚ ਪ੍ਰਾਪਤ ਹੋਈ। ਪਰ ਪੂਰਬਲਾ ਭਾਗ ਜਾਗਿਆ। ਇੱਕ ਵਾਰ ਮੱਝਾਂ ਚੁਰਾ ਕਰਕੇ ਜਾ ਰਹੇ ਤੇ ਜਿਹੜੇ ਨਗਰ ਦੇ ਲੋਕ, ਉਹਨਾਂ ਨੂੰ ਪਤਾ ਲੱਗ ਗਿਆ। ਪਿੱਛੇ ਪੈੜ ਦੇ ਪਿੱਛੇ ਸਾਧ ਸੰਗਤ ਜੀ ਪਿੱਛਾ ਕਰਦੇ ਹੋਏ ਆ ਰਹੇ ਸਨ ਕਿ ਅੱਜ ਛੱਡਣਾ ਨਹੀਂ ਜਿਉਂਦਾ। ਜਦੋਂ ਫੜਿਆ ਗਿਆ ਨਾ, ਚੋਰ ਨੂੰ ਫੜ ਕਰਕੇ ਬਹੁਤ ਭਾਰੀ ਸਜ਼ਾ ਦੇਵਾਂਗੇ, ਕਿਉਂਕਿ ਕਦੇ ਧਨ ਕਦੇ ਪਦਾਰਥ ਕੋਈ ਨਾ ਕੋਈ ਚੁਰਾ ਕਰਕੇ ਲੈ ਜਾਂਦਾ, ਕਦੇ ਸਾਡੇ ਡੰਗਰ ਹੀ ਚੋਰੀ ਹੋ ਜਾਂਦੇ ਆ। ਤੇ ਮੱਝਾਂ ਚੋਰੀ ਕਰਕੇ ਲੈ ਕੇ ਜਾ ਰਹੇ ਤੇ ਮਨ ਦੇ ਅੰਦਰ ਹੀ ਅੰਦਰ ਸੋਚਦੇ, ਮਨਾ ਅੱਜ ਬਚਾ ਨਹੀਂ ਹੋਣਾ।
ਪਰ ਭਾਈ ਅਦਲੀ ਜੀ ਬੰਦਗੀ ਕਰਨ ਵਾਲੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪੂਰਨ ਬੰਦਗੀ ਕਰਨ ਵਾਲੇ ਸਤਿਪੁਰਸ਼ ਆ, ਜਦੋਂ ਨੇੜੇ ਆਏ ਆ ਨਾ, ਉਹਨਾਂ ਦੇ ਕੋਲ ਆ ਕਰਕੇ ਦੇਖਿਆ ਕਿ ਕੋਈ ਬੰਦਗੀ ਕਰਨ ਵਾਲੀ ਰੂਹ ਹੈ। ਹੱਥ ਜੋੜ ਕਰਕੇ ਕਹਿੰਦੇ, ਬਾਬਾ ਜੀ ਮੈਨੂੰ ਬਚਾ ਲਓ, ਮੈਂ ਇਹ ਨਗਰ ਦੇ ਲੋਕਾਂ ਦੀਆਂ ਮੱਝਾਂ ਚੁਰਾ ਕੇ ਲੈ ਆਇਆ ਤੇ ਪਿੱਛੇ ਡਾਂਗਾ ਸੋਟੇ ਲੈ ਕੇ ਮੇਰੇ ਪਿੱਛੇ ਚੜ੍ਹੇ, ਅੱਜ ਮੈਨੂੰ ਛੱਡਣਾ ਨਹੀਂ ਜਿਉਂਦਾ ਇਹਨਾਂ ਨੇ। ਤੇ ਮੱਝਾਂ ਉੱਥੇ ਨੇੜੇ ਜ਼ਿਕਰ ਆਉਂਦਾ ਕਿ ਛਾਪੜ ਦੇ ਵਿੱਚ ਬਾੜ ਦਿੱਤੀਆਂ ਹਿੱਕ ਕਰਕੇ, ਤੇ ਆਪ ਨੇੜੇ ਬੈਠ ਕੇ ਕਹਿੰਦੇ ਕਿ ਤੈਨੂੰ ਛਪਾਉਣ ਦੇ ਵਾਸਤੇ ਸਾਡੇ ਕੋਲ ਜਗ੍ਹਾ ਨਹੀਂ, ਰੜੇ ਮੈਦਾਨ ਹੀ ਬੈਠੇ ਆ, ਤੇ ਫਿਰ ਮੈਂ ਕੌਣ ਹੁੰਨਾ ਬਚਾਉਣ ਵਾਲਾ? ਜੇ ਤੇ ਇੰਨਾ ਤੇਰਾ ਮਨ ਢਲਿਆ ਹੈ ਤੇ ਫਿਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਯਾਦ ਕਰ, ਸਤਿਗੁਰੂ ਜੀ ਤੇਰੀ ਰੱਖਿਆ ਕਰਨਗੇ। ਹੱਥ ਵਿੱਚ ਮਾਲਾ ਫੜ ਕੇ ਯਾਦ ਕਰਨ ਲੱਗ ਪਏ। ਤੇ ਸਾਧ ਸੰਗਤ ਜੀ, ਜਿਹੜੇ ਨਗਰ ਦੇ ਲੋਕ ਪਿੱਛੇ ਪੈੜ ਦੇਖ ਕਰਕੇ ਆ ਰਹੇ ਸਨ, ਉਹਨਾਂ ਨੇ ਸਮਝਿਆ ਕਿ ਤਾਂ ਕੋਈ ਨਾਮ ਜਪਣ ਵਾਲਾ। ਭਾਈ ਅਦਲੀ ਜੀ ਨੂੰ ਪੁੱਛਿਆ, ਕਹਿਣ ਲੱਗੇ ਪਛਾਣ ਲਓ ਇਹੋ ਹੀ ਹੈ? ਕਹਿੰਦੇ ਨਾ ਜੀ ਨਾ, ਇਹ ਤਾਂ ਨਾਮ ਜਪ ਰਿਹਾ। ਚੋਰ ਨੇ ਥੋੜੀ ਮਾਲਾ ਫੜ ਕੇ ਬੈਠ ਜਾਣਾ, ਉਹਨੇ ਤਾਂ ਲੁਕਣਾ ਸੀ, ਛਿਪਣਾ ਸੀ, ਜਾ ਕੇ ਭੱਜ ਜਾਣਾ ਸੀ, ਉਹਦੇ ਤੋਂ ਮਾਲਾ ਥੋੜਾ ਫੇਰੀ ਜਾਣੀ ਸੀ। ਭੁਲੇਖਾ ਪੈ ਗਿਆ, ਲੋਕ ਵੀ ਚਲੇ ਗਏ। ਤੇ ਜਦੋਂ ਉਹ ਛੱਪੜ ਦੇ ਵਿੱਚੋਂ ਮੱਝਾਂ ਬਾਹਰ ਨਿਕਲੀਆਂ, ਇਹਦੇ ਬਾਬਤ ਵੀ ਇਤਿਹਾਸਕਾਰਾਂ ਜ਼ਿਕਰ ਕੀਤਾ, ਉਹਨਾਂ ਦੇ ਰੰਗ ਬਦਲ ਗਏ ਸਨ, ਉਹ ਵੀ ਸਿਆਣ ਨਾ ਸਕੇ। ਤੇ ਫਿਰ ਐਸੀ ਲਾਗ ਲੱਗੀ ਭਾਈ ਅਦਲੀ ਜੀ ਦੀ ਸੰਗਤ ਕਰਕੇ, ਨਾਮ ਜਪਣ ਵਾਲਿਆਂ ਦੀ ਸੰਗਤ ਦਾ ਐਸਾ ਰੰਗ ਚੜ੍ਹਿਆ, ਜੀਵਨ ਭਰ ਸਤਿਗੁਰੂ ਜੀ ਦੇ ਹੋ ਕਰਕੇ ਰਹਿ ਗਏ। ਜਿਹੜੇ ਸਾਧ ਸੰਗਤ ਜੀ ਮੱਝਾਂ ਚੋਰੀ ਕਰਦੇ, ਲੋਕਾਂ ਦੇ ਧਨ ਪਦਾਰਥ ਚੋਰੀ ਕਰਦੇ ਸਨ, ਅੱਜ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਹਰ ਕੋਈ ਨਤਮਸਤਕ ਹੁੰਦਾ ਹੈ। ਫਿਰ ਕੈਸਾ ਜੀਵਨ ਮਹਾਰਾਜ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਕਰਕੇ ਢਾਲਣਾ ਕੀਤਾ ਹੈ, ਸੰਸਾਰ ਦੇ ਪੂਜਣ ਯੋਗ ਹੋ ਗਏ ਹੈ, ਕਿਉਂਕਿ ਨਾਮ ਜਪਣ ਵਾਲਿਆਂ ਦੀ ਸੰਗਤ ਕੀਤੀ ਹੈ। ਔਰ ਇਸੇ ਪ੍ਰਕਾਰ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ ਨੇ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਾ ਕੈ ਸੰਗ ਤਰਉ ਰੇ। ਉਹਨਾਂ ਦੀ ਸੰਗਤ ਕਰਕੇ ਭਵ ਸਾਗਰ ਤੋਂ ਤਰਨਾ ਹੋ ਜਾਂਦਾ ਹੈ। ਹਿਰਦੇ ਕਰਕੇ ਨਾਮ ਜਪਣ ਵਾਲਿਆਂ ਦੇ ਜੀਵਨ ਵਿੱਚ ਜੇ ਕਿਤੇ ਸੰਗਤ ਮਿਲ ਜਾਵੇ ਤਾਂ ਗਨਕਾ ਪਾਪਣ ਸਾਧ ਸੰਗਤ ਜੀ ਆਪਣਾ ਤਨ ਵੇਚਣਾ, ਇਹ ਕਿੰਨਾ ਭੈੜਾ ਕੋ ਕਰਮ ਸੀਗਾ। ਪਰ ਜੇ ਬੰਦਗੀ ਕਰਨ ਵਾਲੇ ਸਾਧੂ ਦੀ ਸੰਗਤ ਪ੍ਰਾਪਤ ਹੋ ਗਈ ਤੇ ਖਿਨ ਮਾਤਰ ਸਮੇਂ ਵਿੱਚ ਹੀ ਭਵ ਸਾਗਰ ਤੋਂ ਤਰਨਾ ਹੋ ਗਿਆ। ਔਰ ਇਸੇ ਤਰ੍ਹਾਂ ਅਜ਼ਾਮਲ ਪਾਪੀ ਜਗ ਜਾਣੇ ਨਿਮਕ ਮਾਹਿ ਨਿਸਤਾਰਾ, ਅਜ਼ਾਮਲ ਪਾਪੀ ਦਾ ਖਿਨ ਮਾਤਰ ਸਮੇਂ ਵਿੱਚ ਹੀ ਨਿਸਤਾਰਾ ਹੋ ਗਿਆ, ਸੰਸਾਰ ਤੋਂ ਮੁਕਤੀ ਪ੍ਰਾਪਤ ਹੋ ਗਈ, ਕਿਉਂਕਿ ਨਾਮ ਜਪਣ ਵਾਲਿਆਂ ਦੀ ਸਾਧ ਸੰਗਤ ਪ੍ਰਾਪਤ ਹੋ ਗਈ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਦੇ ਪੂਰਨ ਗੁਰਸਿੱਖ ਭਾਈ ਪ੍ਰਾਣਾ ਜੀ ਜੰਗਲ ਵਿੱਚ ਬੈਠ ਕੇ ਪਰਮਾਤਮਾ ਦੀ ਬੰਦਗੀ ਕਰ ਰਹੇ ਸਨ। ਇੰਨੇ ਸਮੇਂ ਲੱਖੂ ਧਾੜ ਵੀ ਆਇਆ ਤੇ ਦੇਖਿਆ ਕਿ ਕੋਈ ਪੂਰਨ ਪੁਰਸ਼ ਜਾਪਦਾ ਹੈ, ਹੱਥ ਵਿੱਚ ਗੰਡਾਸਾ ਫੜਿਆ ਹੋਇਆ ਹੈ, ਤੇ ਕੰਮ ਸੀ ਕਿ ਧਾੜਵੀ, ਲੱਖੂ ਧਾੜਵੀ ਕਿਹਾ ਜਾਂਦਾ ਸੀਗਾ। ਧਾੜਵੇ ਭਾਵ ਡਾਕੇ ਮਾਰਨੇ, ਜੰਗਲ ਵੇਲੇ ਕਿਸੇ ਲੰਘਦਿਆਂ ਹੋਇਆ ਨੂੰ ਗੰਡਾਸੀ ਦੇ ਜ਼ੋਰ ਦੇ ਨਾਲ ਕਿ ਮੈਂ ਮਾਰ ਦੇਵਾਂਗਾ, ਨਹੀਂ ਤੇ ਧਨ ਪਦਾਰਥ ਦੇ ਦੇ। ਮਨ ਵਿੱਚ ਇਹ ਸੋਚਿਆ ਕਿ ਪੂਰਨ ਕੋਈ ਪੁਰਸ਼ ਜਾਪਦੇ ਹੈ, ਇਸ ਕਰਕੇ ਕਿਉਂ ਨਾ ਮੈਂ ਇਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਾਵਾਂ। ਮਨ ਦੇ ਅੰਦਰ ਹੀ ਅੰਦਰ ਅਰਦਾਸ ਕੀਤੀ ਕਿ ਮੈਂ ਆ ਕਰਕੇ ਚੌਥਾ ਹਿੱਸਾ ਧਨ ਪਦਾਰਥਾਂ ਦਾ ਤੁਹਾਡੇ ਚਰਨਾਂ ਵਿੱਚ ਅਰਪਣ ਕਰਾਂਗਾ, ਅੱਜ ਕੋਈ ਨਾ ਕੋਈ ਚੰਗਾ ਮਾਲ ਮੈਨੂੰ ਮਿਲ ਜਾਵੇ। ਜੰਗਲ ਵਿੱਚੋਂ ਸਾਧ ਸੰਗਤ ਜੀ ਬੀਬੀਆਂ ਤੇ ਜਥਾ ਜਾ ਰਿਹਾ ਸੀ ਕਿਸੇ ਵਿਆਹ ਸ਼ਾਦੀ ਤੇ। ਕੀ ਹੋਇਆ ਕਿ ਬਹੁਤ ਸਾਰੇ ਤਨ ਦੇ ਉੱਪਰ ਗਹਿਣੇ ਪਾਏ, ਫਿਰ ਬਹੁਤ ਸਾਰੇ ਧਨ ਪਦਾਰਥ ਵੀ ਉਹਨਾਂ ਦੇ ਕੋਲ ਸਨ। ਉਹ ਗੰਡਾਸੀ ਦੇ ਜ਼ੋਰ ਦੇ ਨਾਲ ਉਹਨਾਂ ਤੋਂ ਸਾਰੇ ਗਹਿਣੇ ਵੀ ਖੋਹ ਲਏ, ਇੱਥੋਂ ਤੱਕ ਕਿ ਉਹਨਾਂ ਦੇ ਤਨ ਦੇ ਕੱਪੜੇ ਵੀ ਲਵਾ ਲੈਣਾ ਕੀਤੇ। ਸਾਰੇ ਪੰਡ ਬੰਨ੍ਹ ਕੇ ਤੇ ਭਾਈ ਪ੍ਰਾਣਾ ਜੀ ਦੇ ਕੋਲ ਆ ਗਿਆ। ਆ ਕੇ ਪੰਡ ਸਾਹਮਣੇ ਰੱਖ ਕੇ ਕਹਿੰਦੇ, ਮਹਾਰਾਜ ਤੁਹਾਡੇ ਚਰਨਾਂ ਦੀ ਕੀਤੀ ਅਰਦਾਸ ਬੜੀ ਛੇਤੀ ਫਲ ਗਈ ਹੈ, ਇਸ ਲਈ ਚੌਥੇ ਹਿੱਸੇ ਦੀ ਥਾਂ ਤੇ ਅੱਧਾ ਹਿੱਸਾ ਮੈਂ ਤੁਹਾਨੂੰ ਅਰਪਣ ਕਰਦਾ। ਤੇ ਭਾਈ ਪ੍ਰਾਣਾ ਜੀ ਅੰਤਰਜਾਮੀ ਸਨ, ਬੰਦਗੀ ਕਰਨ ਵਾਲੇ ਸਨ। ਜਦੋਂ ਪੁੱਛਿਆ ਇਹ ਕਿੱਥੋਂ ਲੈ ਕਰਕੇ ਆਏ ਆ, ਫਿਰ ਸਾਰੀ ਉਹ ਗੱਲ ਕਹਿ ਕਰਕੇ ਸੁਣਾਈ। ਕਹਿੰਦੇ ਜੇ ਸਾਡੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਡਰਾਉਣ ਦੇ ਵਾਸਤੇ ਐਡੀ ਛੇਤੀ ਫਲ ਸਕਦੀ ਹੈ ਨਾ, ਕਹਿੰਦੇ ਮੇਰਾ ਦਿੱਤਾ ਹੋਇਆ ਸ਼ਰਾਬ ਵੀ ਫਿਰ ਤੈਨੂੰ ਸਾੜ ਕਰਕੇ ਰਾਖ ਬਣਾ ਸਕਦਾ ਹੈ। ਇਹ ਬਚਨ ਸੁਣਦਿਆਂ ਹੀ ਸਾਧ ਸੰਗਤ ਜੀ ਹਿਰਦਾ ਕੰਬ ਉੱਠਿਆ, ਹੱਥ ਜੋੜ ਕਰਕੇ ਬੇਨਤੀ ਕੀਤੀ, ਨਾ ਮਹਾਰਾਜ ਮੈਨੂੰ ਸ਼ਰਾਬ ਦਾ ਕੋਈ ਬਚਨ ਨਾ ਕਰਿਓ,
ਜਿਵੇਂ ਆਪ ਜੀ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਅੱਗੇ ਤੋਂ ਮੈਂ ਜ਼ਿੰਦਗੀ ਵਿੱਚ ਭੁੱਲ ਕੇ ਵੀ ਕਦੇ ਮਹਾਰਾਜ ਐਸਾ ਪਾਪ ਕਰਮ ਨਹੀਂ ਕਰਾਂਗਾ, ਪਰ ਸ਼ਰਾਪ ਦਾ ਬਚਨ ਨਾ ਕੋਈ ਮੇਰੇ ਪ੍ਰਤੀ ਕਰ ਦਿਓ। ਫਿਰ ਭਾਈ ਪ੍ਰਾਣਾ ਜੀ ਨੇ ਉਹ ਸਾਰਾ ਜਿੰਨੇ ਵਸਤੂਆਂ ਗਹਿਣੇ ਸਨ ਸਭ ਕੁਝ ਉਹ ਬੀਬੀਆਂ ਨੂੰ ਉਸੇ ਤਰ੍ਹਾਂ ਵਾਪਸ ਕਰਵਾਇਆ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਦੀ ਸ਼ਰਨ ਵਿੱਚ ਲੈ ਕੇ ਆਂਦਾ। ਸਤਿਗੁਰੂ ਜੀ ਤੋਂ ਸਿੱਖੀ ਪ੍ਰਾਪਤ ਕੀਤੀ। ਉਹ ਜਿਹੜਾ ਭਾਈ ਲੱਖੂ ਧਾੜਵੀ ਕਰਕੇ ਲੋਕ ਜਾਣਦੇ ਸਨ ਤੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਬ੍ਰਹਮ ਗਿਆਨੀ ਕਰਕੇ ਭਾਈ ਲੱਖੂ ਜੀ ਨੂੰ ਯਾਦ ਕੀਤਾ ਜਾਂਦਾ ਹੈ। ਲਾਹੌਰ ਦੇ ਵਿੱਚ ਹਰ ਇੱਕ ਬੀਬੀ ਨੂੰ ਸਭ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਕਰਵਾ ਦਿੱਤਾ ਸੀ ਭਾਈ ਲੱਖੂ ਜੀ ਨੇ, ਕਿਉਂਕਿ ਬੰਦਗੀ ਕਰਦੇ ਰਹਿੰਦੇ ਤੇ ਹਰ ਇੱਕ ਦੀ ਮਨ ਵਿੱਚ ਚਾਹਤ ਹੁੰਦੀ ਸੀ ਕਿ ਸਾਡੇ ਘਰ ਆ ਕੇ ਲੰਗਰ ਪ੍ਰਸ਼ਾਦ ਛਕੋ। ਤੇ ਭਾਈ ਲੱਖੂ ਜੀ ਨੇ ਇਹ ਸ਼ਰਤ ਰੱਖੀ ਹੋਈ ਸੀ, ਜਿਸ ਬੀਬੀ ਨੂੰ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕੰਠ ਹੋਵੇਗਾ ਉਹਦੇ ਘਰੋਂ ਮੈਂ ਪ੍ਰਸ਼ਾਦਾ ਛਕਾਂਗਾ, ਜਿਸ ਨੂੰ ਪਾਠ ਨਹੀਂ ਕੰਠ ਹੋਵੇਗਾ ਉਹਦੇ ਘਰੋਂ ਪ੍ਰਸ਼ਾਦਾ ਨਹੀਂ ਛਕਣਾ। ਤੇ ਵੇਖਾ ਵਿਖਾਈ ਸਾਧ ਸੰਗਤ ਜੀ ਸਾਰੀਆਂ ਬੀਬੀਆਂ ਨੇ ਲਾਹੌਰ ਦੇ ਵੀ ਜਪਜੀ ਸਾਹਿਬ ਦੇ ਪਾਠ ਕੰਠ ਕਰ ਲਏ ਸਨ। ਇਹ ਸਾਰਾ ਜੀਵਨ ਕਿਵੇਂ ਬਦਲਿਆ? ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਹਜੂਰ ਨੇ ਬਖਸ਼ਿਸ਼ ਕੀਤੀ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਾ ਕੈ ਸੰਗ ਤਰੋ ਰੇ। ਮਹਾਰਾਜ ਉਹਨਾਂ ਦੀ ਸੰਗਤ ਕਰਕੇ ਸਾਡਾ ਵੀ ਪਾਰ ਉਤਾਰਾ ਹੋ ਜਾਵੇਗਾ। ਆਪ ਕਿਰਪਾ ਕਰਕੇ ਮਹਾਰਾਜ ਬੰਦਗੀ ਕਰਨ ਵਾਲੇ ਨਾਮ ਜਪਣ ਵਾਲਿਆਂ ਦੀ ਸਾਨੂੰ ਸੰਗਤ ਬਖਸ਼ਿਸ਼ ਕਰ ਦੇਵੋ ਜੀ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਮਹਾ ਉਦਿਆਨ ਪਾਵਕ ਸਾਗਰ। ਇਹ ਸੰਸਾਰ ਜਿਹੜਾ ਹੈ ਨਾ ਮਹਾ ਉਦਿਆਨ ਬੜਾ ਭਿਆਨਕ ਜੰਗਲ ਹੈ। ਫਿਰ ਇੱਥੇ ਹੀ ਬਸ ਨਹੀਂ, ਪਾਵਕ ਅੱਗ ਦਾ ਸਮੁੰਦਰ ਹੈ। ਕਿਤੇ ਗੁਰਬਾਣੀ ਵੀ ਸਤਿਗੁਰੂ ਜੀ ਨੇ ਅੱਗ ਦਾ ਸਮੁੰਦਰ ਕਥਨ ਕੀਤਾ ਹੈ। ਔਰ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਬੜਾ ਭਿਆਨਕ ਇਸ ਸੰਸਾਰ ਦੇ ਇਹ ਜਿਹੜਾ ਜੰਗਲ ਵੀ ਹੈ, ਬੀਆਬਾਨ ਜੰਗਲ ਦੀ ਤਰ੍ਹਾਂ ਹੈ। ਮਹਾ ਉਦਿਆਨ ਭਿਆਨ ਨਗਰ ਕਰ ਮਾਨਿਆ, ਝੂਠ ਸਮਗਰੀ ਪੇਖ ਸੱਚ ਕਰ ਜਾਣਿਆ, ਜੈਤ ਸਰੀ ਕੀ ਵਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਹਨ। ਅਗਿਆਤ ਜੀਵਾਂ ਨੇ ਬੜਾ ਸੋਹਣਾ ਬਾਜ਼ਾਰ ਸੰਸਾਰ ਨੂੰ ਸਮਝਿਆ, ਪਰ ਹੈ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਬੀਆਬਾਨ ਜੰਗਲ ਦੀ ਤਰ੍ਹਾਂ ਹੈ। ਮਹਾ ਉਦਿਆਨ ਭਿਆਨ ਨਗਰ ਕਰ ਮਾਨਿਆ, ਬੜਾ ਭਿਆਨਕ ਤੇ ਬੀਆਬਾਨ ਜੰਗਲ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਮਹਾ ਉਦਿਆਨ ਪਾਵਕ ਸਾਗਰ। ਸੰਸਾਰ ਦੇ ਜਿਹੜੇ ਜੀਵ ਹਨ ਬੜੇ ਹੀ ਭਿਆਨਕ ਬੀਆਬਾਨ ਜੰਗਲ ਦੇ ਵਿੱਚ ਔਰ ਪਾਵਕ ਅੱਗ ਦੇ ਸੰਸਾਰ ਸਮੁੰਦਰ ਵਿੱਚ। ਭਾਏ ਹਰਖ ਸੋਗ ਮਹਿ ਬਸਨਾ। ਹਜੂਰ ਕਹਿੰਦੇ ਹਨ ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ। ਭਏ ਤੇ ਵਿਸਰਾਮ ਆਵੇਗਾ। ਕਹਿੰਦੇ ਕਿ ਕਿਤੇ ਸੰਸਾਰ ਦੇ ਜੀਵ ਹਰਖ ਕਦੇ ਖੁਸ਼ ਹੋਣ ਲੱਗ ਪੈਂਦੇ ਹੈ ਜਾਂ ਫਿਰ ਕਦੇ ਗਮੀ ਦੇ ਵਿੱਚ ਚਿੰਤਾ ਦੀ ਸਥਿਤ ਹੋ ਜਾਂਦੇ ਹਨ, ਰੋਣ ਲੱਗ ਪੈਂਦੇ ਹੈ। ਕਿਉਂਕਿ ਜਦੋਂ ਕੁਝ ਧਨ ਪਦਾਰਥ ਸੁੱਖ ਮਿਲਦੇ ਹੈ ਤੇ ਫਿਰ ਜੀਵ ਬੜਾ ਸੁਖੀ ਹੁੰਦਾ, ਆਪਣੇ ਆਪ ਨੂੰ ਸੁੱਖ ਖੁਸ਼ ਨਸੀਬ ਸਮਝਦਾ ਹੈ, ਪਰਮਾਤਮਾ ਨੂੰ ਭੁਲਾ ਦਿੰਦਾ, ਸੰਸਾਰ ਦੇ ਸੁੱਖਾਂ ਦੇ ਵਿੱਚ ਪਰਚ ਜਾਂਦਾ ਹੈ। ਤੇ ਜਦੋਂ ਧਨ ਪਦਾਰਥ ਸੁੱਖ ਖੁੱਸ ਜਾਂਦੇ ਫਿਰ ਰੋਣਾ ਸ਼ੁਰੂ ਕਰ ਦਿੰਦਾ ਹੈ। ਮਹਾਰਾਜ ਜੀ ਦਾ ਬਚਨ ਹੈ, ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜਦੋਂ ਕੁਛ ਪ੍ਰਾਪਤ ਕਰ ਲੈਂਦਾ ਤੇ ਫਿਰ ਗਰਭ ਹੰਕਾਰ ਕਰਦਾ, ਫਿਰ ਰੱਬ ਨੂੰ ਭੁਲਾ ਦਿੰਦਾ, ਫਿਰ ਕਹਿੰਦਾ ਸਭ ਕੁਝ ਮੈਂ ਹੀ ਮੈਂ ਮਿਹਨਤ ਕੀਤੀ ਹੈ, ਮੈਂ ਕਮਾਈ ਕੀਤੀ ਤਾਂ ਸਾਰੇ ਸੁੱਖ ਪਾਏ ਹੈ। ਫਿਰ ਤਾਂ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ। ਤੇ ਜਦੋਂ ਸਾਰੇ ਸੁੱਖ ਮਿਲ ਜਾਂਦੇ ਹੈ ਨਾ ਸਾਧ ਸੰਗਤ ਜੀ, ਪਰਮਾਤਮਾ ਭੁੱਲਣੇ ਕਰਕੇ ਸੁੱਖ ਸਹਿਜੀ ਸਹਿਜੀ ਫਿਰ ਅਲੋਪ ਹੋਣੇ ਸ਼ੁਰੂ ਜਾਂਦੇ ਹੈ। ਫਿਰ ਭੁੱਬਾ ਮਾਰ ਕਰਕੇ ਰੋਣ ਲੱਗ ਪੈਂਦਾ। ਇੱਦਾਂ ਦੀ ਇਸ ਜੀਵ ਦੀ ਹਾਲਤ ਹੈ। ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਹਰਖ ਸੋਗ ਮਹਿ ਬਸਨਾ। ਖੁਸ਼ੀ ਗਮੀ ਦੇ ਵਿੱਚ ਇਸ ਸੰਸਾਰ ਦੇ ਜੀਵ ਨਿਵਾਸ ਕਰ ਰਹੇ ਹਨ। ਸਤਿਗੁਰ ਭੇਟ ਭਇਆ ਮਨ ਨਿਰਮਲ। ਪਰ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਿਆ, ਭੇਟ ਪੂਰੇ ਸਤਿਗੁਰੂ ਜੀ ਦੇ ਨਾਲ ਮਿਲੇ ਹਨ, ਉਹ ਮਨ ਕਰਕੇ ਨਿਰਮਲ ਹੋ ਗਏ ਨੇ, ਹਿਰਦੇ ਕਰਕੇ ਉਹਨਾਂ ਦੀ ਉਜਲਤਾ ਹੋ ਗਈ ਹੈ। ਜਪ ਅੰਮ੍ਰਿਤ ਹਰ ਰਸਨਾ। ਕਿਉਂਕਿ ਉਹ ਗੁਰਮੁਖ ਜਨ ਵਡਭਾਗੇ ਪੁਰਖ ਆਪਣੀ ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਹਨ।
ਸਤਿਗੁਰੂ ਜੀ ਦੇ ਜੀਵਨ ਵਿੱਚ ਪ੍ਰਾਪਤੀ ਹੋਣੇ ਕਰਕੇ ਹਿਰਦਾ ਉਜਲ ਹੋ ਗਿਆ। ਨਾ ਖੁਸ਼ੀ ਹੈ ਤੇ ਨਾ ਹੁਣ ਗਮ ਹੀ ਹੈ। ਨਾ ਕੋਈ ਨਿੰਦਿਆ ਤੇ ਨਾ ਉਸਤਰ ਦਾ ਪ੍ਰਭਾਵ ਹੁੰਦਾ ਹੈ। ਕੋਈ ਮਾਣ ਕਰਦਾ ਭਾਵੇਂ ਅਪਮਾਨ ਕਰਦਾ ਹੈ, ਕੋਈ ਸਤਿਕਾਰ ਕਰਦਾ ਭਾਵੇਂ ਕੋਈ ਨਿੰਦਿਆ ਕਰਦਾ ਹੈ। ਜੀਵਨ ਵਿੱਚ ਖੁਸ਼ੀ ਹੈ ਚਾਹੇ ਗਮ ਹੀ ਹੈ। ਕੋਈ ਵੀ ਰਾਈ ਮਾਤਰ ਵੀ ਪ੍ਰਭਾਵ ਨਹੀਂ, ਕਿਉਂਕਿ ਪਰਮੇਸ਼ਰ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਸਨਾ ਤੋਂ ਨਾਮ ਦਾ ਜਾਪ ਕਰਨਾ ਕਰਦਾ ਹੈ। ਪਰਮੇਸ਼ਰ ਦਾ ਨਾਮ ਜਪਦਾ ਹੈ। ਹਿਰਦੇ ਦੀ ਉਜਲਤਾ ਬਣਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ। ਧਨ ਧਨ ਥਾਪ ਕੀਓ ਸਭ ਆਪਣਾ। ਪਰ ਜਿਹੜੇ ਅਗਿਆਤ ਸੰਸਾਰ ਦੇ ਜੀਵ ਹਨ, ਤਨ ਵੀ ਧਨ ਵੀ ਸਭ ਕੁਝ ਇਹੋ ਮੰਨੀ ਬੈਠੇ ਕਿ ਸਭ ਕੁਝ ਆਪਣਾ ਹੀ ਹੈ, ਇਹ ਸਭ ਕੁਝ ਮੇਰਾ ਹੀ ਹੈ। ਕੋਮਲ ਬੰਧਨ ਬਾਂਧਿਆ। ਮਹਾਰਾਜ ਕਹਿੰਦੇ ਸੰਸਾਰ ਦੇ ਜਿਹੜੇ ਬੰਧਨ ਆ ਨਾ ਬੜੇ ਕੋਮਲ ਹਨ। ਹੈ ਅਸਲ ਦੇ ਵਿੱਚ ਬੜੇ ਇਹ ਪੱਕੇ ਹੈ, ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ, ਪਰ ਬੜੇ ਕੋਮਲ ਜੇ ਲੱਗਦੇ ਆ। ਜਿਵੇਂ ਕੋਈ ਕਹੀ ਜਾਵੇ ਕਿ ਨਹੀਂ ਜੀ ਮੈਨੂੰ ਕੋਈ ਮੋਹ ਮਮਤਾ ਨਹੀਂ ਮੋਹ ਦੀ ਸੰਸਾਰ ਦੇ ਅੰਦਰ, ਪਰ ਧੀਆਂ ਪੁੱਤਰਾਂ ਦੇ ਸਰੀਰਾਂ ਦੇ ਜਿਹੜਾ ਮੋਹ ਹੈ, ਮਹਾਰਾਜ ਕਹਿੰਦੇ ਕਦੇ ਇਹ ਜਿਹੜੀ ਬੱਝੀ ਹੋਈ ਗੰਢ ਆ ਨਾ ਖੁੱਲ੍ਹਦੀ ਨਹੀਂ ਹੈ। ਇਹ ਬੰਧਨ ਬੱਝੇ ਹੋਏ ਕਦੇ ਇਹਨਾਂ ਤੋਂ ਮਨੁੱਖ ਆਪਣੇ ਬਲ ਦੇ ਨਾਲ ਆਜ਼ਾਦ ਨਹੀਂ ਹੋ ਸਕਦਾ। ਐਸੇ ਇਹ ਸੰਸਾਰ ਦੇ ਰੇਸ਼ਮ ਦੀ ਤਰ੍ਹਾਂ, ਜਿਵੇਂ ਰੇਸ਼ਮ ਦਾ ਕੱਪੜਾ ਸਾਧ ਸੰਗਤ ਜੀ ਬੜਾ ਕੋਮਲ ਹੁੰਦਾ, ਪਰ ਜਦੋਂ ਉਹ ਕੱਪੜੇ ਦੇ ਨਾਲ ਗੰਢ ਬੰਨ੍ਹ ਦਿੱਤੀ ਜਾਵੇ ਨਾ ਤੇ ਥੋੜੀ ਕਿਤੇ ਛੇਤੀ ਖੁੱਲ੍ਹਦੀ ਨਹੀਂ ਹੈ। ਇੱਦਾਂ ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਸਰੀਰਾਂ ਦੇ ਮੋਹ ਮਮਤਾ ਦੇ ਬੰਧਨ ਹਨ ਬੜੇ ਕੋਮਲ ਜਾਪਦੇ ਆ, ਪਰ ਇੰਨੀ ਜ਼ਿਆਦਾ ਉਹਨਾਂ ਦੀ ਪਕੜ ਹੁੰਦੀ ਹੈ, ਇੰਨੀ ਜ਼ਿਆਦਾ ਪਕਿਆਈ ਹੁੰਦੀ ਹੈ, ਜੀਵ ਬਹੁਤਾ ਯਤਨ ਕਰੇ ਆਪਣੇ ਬਲ ਦੇ ਨਾਲ ਕਦੇ ਉਹਨਾਂ ਨੂੰ ਖੋਲ ਨਹੀਂ ਸਕਦਾ। ਗੁਰ ਪ੍ਰਸਾਦ ਭਏ ਜਨ ਮੁਕਤੇ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਵਾਹਿਗੁਰੂ ਦੇ ਜਨ ਮੁਕਤੇ ਭਾਵ ਆਜ਼ਾਦ ਹੋਏ ਹਨ। ਸੰਸਾਰ ਦੀ ਮੋਹ ਮਮਤਾ ਤੋਂ, ਪਦਾਰਥਾਂ ਦੀ ਮਮਤਾ, ਸਰੀਰਾਂ ਦੇ ਮੋਹ ਰੂਪੀ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ। ਹਰ ਹਰ ਨਾਮ ਅਰਾਧਿਆ। ਕਿਉਂਕਿ ਵਾਹਿਗੁਰੂ ਦੇ ਜਨਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਅਰਾਧਿਆ ਹੈ। ਰਾਖ ਲਿਏ ਪ੍ਰਭ ਰਾਖਨ ਹਾਰੈ। ਅਕਾਲ ਪੁਰਖ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਰੱਖਣਹਾਰ ਹੈ, ਜੀਵਾਂ ਦਾ ਆਪ ਹੀ ਰਖਵਾਲਾ ਹੈ, ਆਪ ਹੀ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਹੈ। ਆਪਣੇ ਪਿਆਰਿਆਂ ਨੂੰ ਆਪ ਹੀ ਕਿਰਪਾ ਕਰਕੇ ਪਰਮੇਸ਼ਰ ਨੇ ਰੱਖਿਆ ਕੀਤੀ ਹੈ। ਜੋ ਪ੍ਰਭ ਆਪਣੇ ਭਾਣੇ। ਜੋ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਭਾ ਗਏ ਹਨ, ਜਿਨ੍ਹਾਂ ਦਾ ਪਿਆਰ ਪਰਮਾਤਮਾ ਨੂੰ ਭਾ ਗਿਆ ਹੈ, ਪਰਮੇਸ਼ਰ ਨੇ ਆਪ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ। ਜੀਉ ਪਿੰਡ ਸਭ ਤੁਮਰਾ ਦਾਤੇ। ਹੇ ਸ਼੍ਰੋਮਣੀ ਦਾਤੇ ਪਰਮਾਤਮਾ ਜੀ, ਇਹ ਜੀਉ ਜਿੰਦ ਤੇ ਸਰੀਰ ਜਿਹੜਾ ਪਿੰਡ ਹੈ ਸਭ ਮਹਾਰਾਜ ਆਪ ਜੀ ਦਾ ਬਖਸ਼ਿਆ ਹੋਇਆ ਹੈ। ਇਹ ਗੁਰਮੁਖਾਂ ਦਾ ਨਿਸ਼ਚਾ ਬਣ ਜਾਂਦਾ ਹੈ ਕਿ ਪ੍ਰਮਾਤਮਾ ਸਭ ਕੁਝ ਆਪ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਤਨ ਮਨ ਧਨ ਸਭ ਮਹਾਰਾਜ ਆਪ ਜੀ ਦਾ ਦਿੱਤਾ ਹੈ। ਨਾਨਕ ਸਦ ਕੁਰਬਾਣੀ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਥਨ ਕਰ ਰਹੇ ਨੇ, ਪਰਮਾਤਮਾ ਆਪ ਜੀ ਤੋਂ ਸਦਾ ਹੀ ਅਸੀਂ ਕੁਰਬਾਨ ਜਾਂਦੇ ਹਾਂ। ਹੇ ਗੁਰਸਿੱਖ, ਵਾਹਿਗੁਰੂ ਤੋਂ ਸਦਾ ਹੀ ਸਾਨੂੰ ਕੁਰਬਾਨ ਜਾਣਾ ਚਾਹੀਦਾ, ਸਦਾ ਹੀ ਬਲਿਹਾਰ ਜਾਣਾ ਚਾਹੀਦਾ। ਜਿਸ ਪ੍ਰਮਾਤਮਾ ਨੇ ਸਾਨੂੰ ਤਨ ਮਨ ਧਨ ਸਭ ਕੁਝ ਬਖਸ਼ਿਸ਼ ਕੀਤਾ, ਜਿਸ ਵਾਹਿਗੁਰੂ ਨੇ ਸਾਨੂੰ ਇਹ ਦੇਹ ਹੀ ਬਖਸ਼ੀ ਹੈ, ਇਹ ਗਰੀਬੜੀ ਦੇਹੀ ਨੂੰ ਪ੍ਰਮਾਤਮਾ ਨੇ ਆਪਣੀ ਜੋਤ ਰੱਖ ਕਰਕੇ ਵਿੱਚ ਮਾਣ ਬਖਸ਼ਿਸ਼ ਕੀਤਾ ਹੈ, ਉਸ ਪ੍ਰਮਾਤਮਾ ਤੋਂ ਸਦਾ ਹੀ ਸਾਨੂੰ ਕੁਰਬਾਨ ਜਾਣਾ ਚਾਹੀਦਾ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਰਾਖ ਲਿਏ ਪ੍ਰਭ ਰਾਖਨ ਹਾਰੈ। ਜੋ ਪ੍ਰਭ ਆਪਣੇ ਭਾਣੇ। ਜਿਉ ਪਿੰਡ ਸਭ ਤੁਮਰਾ ਦਾਤੇ।
ਨਾਨਕ ਸਦ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।